5-10 ਮਿੰਟ ਰੁਕਣਾ। ਕਦੀ ਐਸਾ ਨਹੀਂ ਹੋਇਆ ਵੀ ਸਰਦਾਰ ਜਰਨੈਲ ਸਿੰਘ ਘਰ ਆਏ ਹੋਣ ਤੇ ਪਿੱਛੇ ਪੁਲਿਸ ਆ ਗਈ ਹੋਵੇ? ਬਹੁਤ ਵੇਰੀ ਹੋਇਆ, ਘੇਰਾ ਪਾ ਲੈਂਦੇ ਹੁੰਦੇ ਸੀ, ਕਈ ਵਾਰੀ ਕੰਧਾ ਟੱਪ ਜਾਂਦਾ ਹੁੰਦਾ ਸੀ। ਫਿਰ ਮੈਂ ਕੋਈ ਸਾਡਾ ਬੂਹਾ ਨਹੀਂ ਖੋਲਦਾ ਹੁੰਦਾ, ਅਸੀਂ ਬੂਹਾ ਬੰਦ ਰੱਖਣਾ ਵੀ ਪਤਾ ਨਹੀਂ ਪੁਲਿਸ ਨੇ ਕਦੋਂ ਘੇਰਾ ਪਾ ਲੈਣਾ, ਤੇ ਬੂਹਾ ਬੰਦ ਰੱਖਣਾ। ਤੇ ਇਹਨੇ ਜਦੋਂ ਘੇਰਾ ਪਾ ਲੈਣਾ ਤੇ ਮੇਰੇ ਪਰਿਵਾਰ ਦਾ ਕੋਈ ਗਾਹ ਨਹੀਂ ਜਾਂਦਾ ਹੁੰਦਾ ਬੂਹਾ ਖੋਲਣ, ਮੈਨੂੰ ਆਖਣਾ ਜਾ ਖੋਲਿਆ ਬੂਹਾ, ਤੇਰਾ ਹੀ ਬੰਦਾ, ਤੂੰ ਖੋਲਿਆ ਬੂਹਾ। ਮੈਂ ਜਾਣਾ ਤੇ ਇਹਨੇ ਮਗਰੋਂ ਖਿਸਕ ਜਾਣਾ, ਆਪਦਾ ਭੱਜ ਜਾਣਾ ਵੀ ਇਹਨਾਂ ਦੇ ਹੱਥ ਨਹੀਂ ਆਉਣਾ, ਮੈਂ ਆਪਦੇ ਕੰਮ ਕਰਨੇ ਆ। ਤੁਹਾਡੇ ਪਤੀ ਸਰਦਾਰ ਜਰਨੈਲ ਸਿੰਘ ਜੀ ਕੌਮ ਦੇ ਵਾਸਤੇ ਸ਼ਹੀਦ ਹੋਏ ਆ, ਧਰਮ ਦੇ ਲੇਖੇ ਲੱਗੇ ਆ। ਹਾਂਜੀ, ਨਾਲੇ ਤੁਹਾਨੂੰ ਪਤਾ ਹੈ ਵੀ ਅਹਿਸਾਸ ਹੋਣਾ ਚਾਹੀਦਾ ਵੀ ਆਪ ਕਹਿੰਦੇ ਸੀ ਵੀ ਅਸੀਂ ਧਰਮ ਦੇ ਲੇਖੇ ਲੱਗਣਾ। ਉਹਨਾਂ ਅਕਾਲ ਤਖਤ ਸਾਹਿਬ ਤੇ ਅਟੈਕ ਕੀਤਾ ਤੇ ਕੋਈ ਗੱਲ ਨਹੀਂ, ਸਾਡੀ ਜਿੰਦ ਜੇ ਧਰਮ ਦੇ ਲੇਖੇ ਲੱਗਦੀ ਹੈ ਤੇ ਲੱਗ ਜਾਂਦੇ, ਕੋਈ ਡਰ ਨਹੀਂ। ਤੇ ਫਿਰ ਮਾਂ ਇਹ ਦੱਸ ਦਿਓ ਵੀ ਕਿੱਥੇ ਸ਼ਹਾਦਤ ਦਾ ਜਿਹੜਾ ਜਾਮ ਪੀਤਾ ਜਾਂਦਾ, ਕਿੱਥੇ ਉਹਨਾਂ ਨੂੰ ਸ਼ਹੀਦ ਕੀਤਾ ਜਾਂਦਾ? ਪੁਲਿਸ ਵੱਲ ਕੋ ਮੁਕਾਬਲਾ ਬਣਾ ਕੇ ਕਿੱਥੇ ਸ਼ਹੀਦ ਕੀਤਾ? ਜੀਰੇ ਅੱਡੇ ਦੇ ਵਿੱਚ। ਅੱਛਾ, ਜੀਰੇ ਮੇਨ ਅੱਡੇ ਦੇ ਵਿੱਚ? ਮੇਨ ਅੱਡੇ ਦੇ ਵਿੱਚ, ਜੀਰੇ ਅੱਡੇ ਮੇਨ ਅੱਡੇ ਦੇ ਜਿਹੜੀ ਬਾਰੀ ਉਹਦੇ ਵਿੱਚ। ਕਿਸ ਤਰੀਕੇ ਦੇ ਨਾਲ ਪਹਿਲਾਂ ਇਹਨਾਂ ਨੂੰ ਫੜ ਕੇ ਹਿਰਾਸਤ ਵਿੱਚ ਪੁਲਿਸ ਰੱਖਦੀ ਹੈ ਜਾਂ ਸਿੱਧੀਆਂ ਗੋਲੀਆਂ ਮਾਰ ਦਿੰਦੀ? ਪਿੱਠ ਪਿੱਛੋਂ ਮਾਰੀਆਂ ਕਿ ਇੱਕ ਦੇ ਵਿੱਚ ਗੋਲੀਆਂ? ਦੇ ਵਿੱਚ ਮਾਰੀਆਂ। ਫਿਰ ਇਹਨੇ ਇਹ ਵੀ ਆਖਿਆ ਜੇ ਮੇਰੀ ਹਿੱਕ ਦੇ ਵਿੱਚ ਗੋਲੀਆਂ ਵੱਜਣ ਤੇ ਮੈਨੂੰ ਘਰੇ ਚੁੱਕ ਲਿਆਇਓ ਜੀ, ਜੇ ਮੇਰੀ ਪਿੱਠ ਤੇ ਗੋਲੀ ਵੱਜੀ ਮੈਨੂੰ ਚੱਕ ਕੇ ਨਾ ਲਿਆਇਓ ਜੀ। ਅੱਛਾ, ਹਾਂ, ਤੇ ਮੇਰੀਆਂ ਲੱਤਾਂ ਇੱਧਰ ਨੂੰ ਹੋਣਗੀਆਂ, ਸਿਰ ਮੇਰਾ ਦਰਬਾਰ ਸਾਹਿਬ ਵੱਲ ਨੂੰ ਹੋਊਗਾ ਤੇ ਮੈਨੂੰ ਚੁੱਕਿਓ ਜੇ। ਹਾਂਜੀ, ਫਿਰ ਵਾਕਿਆ ਹੀ ਇਵੇਂ ਹੋਇਆ। ਫਿਰ ਅਸੀਂ ਜਾ ਕੇ ਵੇਖਿਆ, ਜਦੋਂ ਤੁਸੀਂ ਲੈ ਕੇ ਆਏ ਉਹਨਾਂ ਦੀ ਦੇਹ ਉੱਥੇ ਪਈ ਹੋਈ ਸੀ? ਹਾਂਜੀ ਹਾਂਜੀ ਹਾਂਜੀ। ਬਹੁਤਾਂਤ ਸ਼ਹੀਦ ਪਰਿਵਾਰਾਂ ਨੂੰ ਜਦੋਂ ਮਿਲਦਾ ਵਾਂ ਤੇ ਉਹ ਸ਼ਹੀਦ ਪਰਿਵਾਰ ਕਹਿੰਦੇ ਆ ਵੀ ਸਾਡੇ ਪਰਿਵਾਰ ਦੇ ਨੌਜਵਾਨ ਦਾ ਸਾਨੂੰ ਸਰੀਰ ਤੱਕ ਨਹੀਂ ਮਿਲਿਆ ਤੇ ਸਾਨੂੰ ਪਤਾ ਹੀ ਕੋਈ ਨਹੀਂ ਉਹ ਕਿੱਧਰ ਪੁਲਿਸ ਨੇ ਗੁਪਤ ਕਰ ਦਿੱਤਾ। ਪਰ ਤੁਹਾਨੂੰ ਇਹ ਜਿਹੜੀ ਡੈੱਡ ਬੋਡੀ ਸਰਦਾਰ ਜਰਨੈਲ ਸਿੰਘ ਦੀ ਮਿਲੀ ਹੈ ਬੱਸ ਸਟੈਂਡ ਜੀਰੇ ਦੇ ਵਿੱਚੋਂ, ਤੇ ਕਿੰਨੀਆਂ ਕੁ ਗੋਲੀਆਂ ਦੇ ਨਿਸ਼ਾਨ ਸਨ, ਕਿੰਨਾ ਕੁ ਖੂਨ ਵਹਿ ਤੁਰਿਆ ਸੀ ਉੱਥੇ? ਜਦੋਂ ਖੂਨ ਤਾਂ ਬਹੁਤ ਵਗਿਆ ਸੀ, ਪਰ ਇੱਕ ਉਹਦੀ ਛਾਤੀ 'ਚ ਗੋਲੀ ਸੀ, ਇੱਕ ਧੁੰਨੀ ਤੇ ਇੱਕ ਸਾਈਡ ਤੇ, 3 ਗੋਲੀਆਂ ਸੀ। ਸੁਣਨੀ ਨਹੀਂ ਸਾਡੀ ਪੁਕਾਰ, ਸੁਣਦਾ ਹੀ ਕੋਈ ਨਹੀਂ। ਉਹ ਸਿੱਧੇ ਅੱਖਾਂ ਨਾਲ ਤਾਂ ਝਾਕਦੇ ਹੀ ਨਹੀਂ, ਸਾਡੇ ਨਾਲ ਕੋਈ ਸੰਪਰਕ ਕਰਦਾ ਹੀ ਨਹੀਂ, ਸਾਡੇ ਤੋਂ ਦੂਰ ਦੂਰ ਹੀ ਆ, ਪਾਸੇ ਪਾਸੇ ਰਹਿੰਦੇ ਆ। ਸਾਡੇ ਨਾਲ ਕਿਸੇ ਨੇ ਸਾਨੂੰ ਪੁੱਛਿਆ ਤੇ ਕਰਨੀ ਤੇ ਕਿੱਥੋਂ ਸਾਡੀ ਬਾਹ ਫੜਨੀ ਆ। ਕਦੀ ਵੀ ਐਸਾ ਨਹੀਂ ਹੋਇਆ ਵੀ ਤੁਹਾਨੂੰ ਸ਼ਹੀਦ ਪਰਿਵਾਰਾਂ ਨੂੰ ਬਥੇਰੀਆਂ ਥਾਵਾਂ ਤੇ ਬੀਬੀ ਸੰਦੀਪ ਕੌਰ ਜੀ ਹੋਰ ਬਥੇਰੀਆਂ ਜਥੇਬੰਦੀਆਂ ਨੇ ਜਿਹੜੀਆਂ ਸਨਮਾਨਿਤ ਕਰਦੀਆਂ ਸ਼ਹੀਦ ਪਰਿਵਾਰਾਂ ਨੂੰ? ਅਕਾਲ ਤਖਤ ਸਾਹਿਬ ਦੇ ਜਥੇਦਾਰ ਜੀ ਵੀ ਉਹਨਾਂ ਵੀ ਕਈ ਵਾਰ ਉੱਥੇ ਸ਼ਹੀਦ ਪਰਿਵਾਰਾਂ ਨੂੰ ਬੁਲਾਇਆ ਅਕਾਲ ਤਖਤ ਸਾਹਿਬ ਤੇ, ਤੁਹਾਨੂੰ ਬੁਲਾਇਆ ਕਿ ਨਹੀਂ? ਨਾ, ਬਿਲਕੁਲ ਨਹੀਂ, ਸਾਨੂੰ ਕਿਸੇ ਨੇ ਵੀ ਨਹੀਂ ਬੁਲਾਇਆ ਨਾ, ਬਿਲਕੁਲ ਨਹੀਂ। ਇੱਕ ਤੋਂ ਪਹਿਲਾਂ ਮੈਂ ਜਾ ਵੜਦੀ ਹੁੰਦੀ ਸੀ, ਕਿਉਂ ਉੱਥੇ ਹੁੰਦੀ ਸੀ ਪਿੰਡ, ਤੇ ਮੈਂ ਜਦੋਂ ਕੋਈ ਸ਼ਹੀਦੀ ਸਮਾਗਮ ਹੋਣਾ ਤੇ ਮੈਂ ਜਾਣਾ। ਜਦੋਂ ਕਿਸੇ ਨੇ ਨਾਂ ਹੀ ਨਾ ਲੈਣਾ ਤੇ ਫਿਰ ਮੈਂ ਕਿਹਾ ਵੀ ਛੱਡੋ ਖੜਾ। ਗੁਰਬਾਣੀ ਅਖੰਡ ਬਾਣੀ ਦੇਖ ਰਹੀਆਂ ਦੇਸ਼ ਵਿਦੇਸ਼ ਦੀਆਂ ਸਾਰੀਆਂ ਸੰਗਤਾਂ ਦਾ ਸਵਾਗਤ ਕੀਤਾ ਜਾਂਦਾ ਹੈ। ਮੈਂ ਹਾਂ ਸੁਖਵੰਤ ਸਿੰਘ ਮਖੂ। ਦਰਸ਼ਕੋ, ਹਰ ਵਾਰ ਕਿਸੇ ਨਵੇਂ ਮੁੱਦੇ ਦੇ ਉੱਪਰ ਕਿਸੇ ਨਵੀਂ ਸ਼ਖਸੀਅਤ ਨੂੰ ਲੈ ਕੇ ਤੁਹਾਡੀ ਸੇਵਾ ਵਿੱਚ ਹਾਜ਼ਰ ਹੋਣਾ। ਬਹੁਤਾਂਤ ਐਸੇ ਮੁੱਦਿਆਂ ਤੇ ਤੁਹਾਡੀ ਸੇਵਾ ਵਿੱਚ ਹਾਜ਼ਰ ਹੋਈਦਾ ਹੈ ਜਿਹੜੇ ਅੱਜ ਦੇ ਮੁੱਦੇ ਹੁੰਦੇ ਆ, ਜਿਨ੍ਹਾਂ ਮੁੱਦਿਆਂ ਦੇ ਉੱਪਰ ਰਾਜਨੀਤਿਕ ਲੋਕ ਰਾਜਨੀਤੀ ਕਰ ਰਹੇ ਹੁੰਦੇ ਆ, ਜਾਂ ਰਾਜਨੀਤਿਕ ਲੋਕ ਧਰਮ ਦੀ ਆੜ ਦੇ ਅੰਦਰ ਧਰਮ ਨੂੰ ਢਾਹ ਲਾ ਰਹੇ ਹੁੰਦੇ ਆ, ਤੇ ਜਾਂ ਉਹ ਪਰਿਵਾਰਾਂ ਦੇ ਨਾਲ ਮਿਲਦਾ ਤੇ ਤੁਹਾਨੂੰ ਮਿਲਾਉਣਾ ਜਿਹੜੇ ਪਰਿਵਾਰ ਬਲੂ ਸਟਾਰ 1984 ਦੇ ਅੰਦਰ ਸਮੇਂ ਦੀ ਸਰਕਾਰ ਵੱਲੋਂ ਨਿਸ਼ਾਨਾ ਬਣਾਏ ਗਏ। ਉਹਨਾਂ ਪਰਿਵਾਰਾਂ ਤੇ ਕਹਿਰ ਕੀਤਾ ਗਿਆ, ਉਹਨਾਂ ਦੇ ਪਰਿਵਾਰਾਂ ਦੇ ਪਰਿਵਾਰ ਜਿਹੜੇ ਨੇ ਉਹ ਖਤਮ ਕੀਤੇ ਗਏ, ਉਹਨਾਂ ਦੇ ਪਰਿਵਾਰ ਦੇ ਨੌਜਵਾਨਾਂ ਨੂੰ ਸ਼ਹੀਦ ਕੀਤਾ ਗਿਆ ਮੁਕਾਬਲਾ ਬਣਾ ਕੇ। ਅੱਜ ਐਸੇ ਪਰਿਵਾਰ ਦੇ ਨਾਲ ਤੁਹਾਨੂੰ ਮਿਲਾਉਣ ਵਾਸਤੇ ਮੈਂ ਆਇਆ ਹਾਂ ਕਿ ਜਿਸ ਪਰਿਵਾਰ ਨੂੰ ਮੈਂ ਤੁਹਾਨੂੰ ਮਿਲਾਵਾਂਗਾ ਤੁਸੀਂ ਉਹਨਾਂ ਦਾ ਨਾਮ ਜਾਣਦੇ ਹੋਵੋਗੇ। ਉਹਨਾਂ ਦਾ ਨਾਮ ਇਲਾਕੇ ਦੇ ਵਿੱਚ ਬਹੁਤ ਸੀ, ਸਰਦਾਰ ਜਰਨੈਲ ਸਿੰਘ ਜੀ ਬੋਤੀਆਂਵਾਲਾ। ਬੋਤੀਆਂਵਾਲਾ ਪਿੰਡ ਡਿਸਟ੍ਰਿਕਟ ਫਿਰੋਜ਼ਪੁਰ ਦੇ ਅੰਦਰ ਪੈ ਜਾਂਦਾ ਹੈ, ਕਸਬਾ ਜੀਰਾ ਪੈਂਦਾ ਹੈ, ਤੇ ਉਹਨਾਂ ਦੇ ਧਰਮ ਸਪਤਨੀ ਮਾਤਾ ਚਰਨਜੀਤ ਕੌਰ ਸਾਡੇ ਨਾਲ ਨੇ। ਅਸੀਂ ਸਾਰੀ ਜਾਣਕਾਰੀ ਉਹਨਾਂ ਤੋਂ ਲੈਣ ਦਾ ਯਤਨ ਕਰਾਂਗੇ ਵੀ ਕਿਸ ਪ੍ਰਕਾਰ ਕਿੰਨੀ ਤਰੀਕ ਨੂੰ ਉਹਨਾਂ ਦੀ ਸ਼ਹਾਦਤ ਹੁੰਦੀ ਹੈ, ਮੁਕਾਬਲਾ ਬਣਾ ਕੇ ਸ਼ਹੀਦ ਕੀਤਾ ਜਾਂਦਾ ਹੈ, ਤੇ ਕਿਉਂ ਕੀਤਾ ਜਾਂਦਾ ਹੈ, ਕਾਰਨ ਕੀ ਸੀ ਇਹਦੇ ਪਿੱਛੇ, ਤੇ ਕਿੰਨਾ ਕੁ ਇਸ ਪਰਿਵਾਰ ਤੇ ਤਸ਼ੱਦਦ ਕੀਤਾ ਜਾਂਦਾ ਹੈ। ਕਿ ਅੱਜ ਕਿਸੇ ਨੇ ਇਸ ਪਰਿਵਾਰ ਦੀ ਸਾਰ ਲਈ ਹੈ ਜਾਂ ਨਹੀਂ ਲਈ ਹੈ,
ਸਾਰੀਆਂ ਗੱਲਾਂ ਬਾਤਾਂ ਕਰਾਂਗੇ ਸ਼ਹੀਦ ਪਰਿਵਾਰ ਦੇ ਨਾਲ। ਸਭ ਤੋਂ ਪਹਿਲਾਂ ਮਾਤਾ ਜੀ ਤੁਹਾਡਾ ਸਵਾਗਤ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹਾਂਜੀ ਮਾਤਾ ਜੀ, ਤੁਹਾਡਾ ਪਿੰਡ ਜਿਹੜਾ ਹੈ ਉਹ ਬੋਤੀਆਂ ਵਾਲਾ, ਜਿਸ ਤਰੀਕੇ ਦੇ ਨਾਲ ਅਸੀਂ ਅਖਬਾਰਾਂ ਦੇ ਵਿੱਚ ਪੜ੍ਹ ਰਹੇ ਹਾਂ। ਸਰਦਾਰ ਜਰਨੈਲ ਸਿੰਘ ਜੀ ਬਾਰੇ ਦੱਸੋ। ਤੁਹਾਡੇ ਪਤੀ ਜੀ ਸਨ, ਉਹ ਕਿਉਂ ਇਸ ਲਹਿਰ ਦੇ ਅੰਦਰ ਆ ਜਾਂਦੇ ਆ? ਕਾਰਨ ਕੀ ਸੀ, ਵਜ੍ਹਾ ਕੀ ਸੀ ਅਸਲ ਇਸ ਲਹਿਰ ਦੇ ਵਿੱਚ ਆਉਣ ਦੀ? ਉਹ ਚਾਹੁੰਦੇ ਸੀ ਵੀ ਮੈਂ ਸਿੱਖ ਕੌਮ ਦੀ ਸੇਵਾ ਕਰਨੀ ਆ ਜੀ। ਸੇਵਾ ਕਰਨ ਦੇ ਕਾਰਨ ਉਹ ਵੀ ਘਰ ਦਾ ਆਪਦਾ ਸਾਰਾ ਕੰਮ ਛੱਡ ਕੇ ਇਸ ਲਹਿਰ ਦੇ ਵਿੱਚ ਆ ਗਿਆ। ਜਿਉਂ ਅੰਮ੍ਰਿਤ ਛਕ ਲਿਆ ਤੇ ਬਸ ਉਹ ਇਸੇ ਲਹਿਰ 'ਚ ਹੀ ਜੁੜਿਆ ਰਿਹਾ। ਇਹ ਲਹਿਰ ਮੇਰੇ ਹਿਸਾਬ ਨਾਲ ਮਾਤਾ ਜੀ, ਜਦੋਂ ਅਕਾਲ ਤਖਤ ਸਾਹਿਬ ਦੇ ਅਟੈਕ ਹੁੰਦਾ ਹੈ ਤੇ ਨੌਜਵਾਨਾਂ ਦੇ ਅੰਦਰ ਜਿਹੜਾ ਰੋਹਬ ਜਾਗਦਾ ਵੀ ਸਿੱਖਾਂ ਦੇ ਅਕਾਲ ਤਖਤ ਸਾਹਿਬ ਤੇ ਅਟੈਕ ਕਰ ਦਿੱਤਾ, ਟੈਂਕ ਚੜਾ ਦਿੱਤੇ ਤੇ ਨੌਜਵਾਨਾਂ ਨੇ ਹੱਥਿਆਂ ਨੂੰ ਆ ਕੇ ਮਾਰ ਦਿੱਤਾ। ਜਿਹੜੀਆਂ ਸੰਗਤਾਂ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਸ਼ਹੀਦੀ ਪੁਰਬ ਤੇ ਗਈਆਂ ਸਨ, ਛੋਟੇ ਛੋਟੇ ਬੱਚਿਆਂ ਨੂੰ ਟੈਂਕਾਂ ਦੀਆਂ, ਤੋਪਾਂ ਦੀਆਂ, ਵੱਡੇ ਵੱਡੇ ਗੋਲਿਆਂ ਦੇ ਨਾਲ ਤੇ ਗੋਲੀਆਂ ਦੇ ਨਾਲ ਉਡਾ ਦਿੱਤਾ ਗਿਆ। ਜਿਹੜਾ ਸਰੋਵਰ ਦਾ ਜਲ ਸੀ ਸਾਫ਼ ਸੁਥਰਾ ਅੰਮ੍ਰਿਤ ਵਰਗਾ, ਤੇ ਖੂਨ ਦੇ ਨਾਲ ਉਹ ਸਰੋਵਰ ਨੂੰ ਲੱਥਪੱਥ ਕਰ ਦਿੱਤਾ ਗਿਆ। ਮੇਰੇ ਹਿਸਾਬ ਦੇ ਨਾਲ ਇਸੇ ਕਰਕੇ ਲਹਿਰ ਖੜੀ ਤਾਂ ਨਹੀਂ ਹੋਗੀ? ਹਾਂਜੀ ਹਾਂਜੀ, ਇਸੇ ਕਾਰਨ ਕਰਕੇ ਵੀ ਮੇਰੇ ਸਿੱਖ ਪਰਿਵਾਰਾਂ ਨੂੰ ਠੇਸ ਪਹੁੰਚਾਈ ਇਹਨਾਂ ਨੇ, ਗੌਰਮੈਂਟ ਨੇ, ਤੇ ਸਾਡੀ ਟੱਕਰ ਸਿੱਧੀ ਹੋਊਗੀ ਵੀ ਅਸੀਂ ਦੇਸ਼ ਲਈ ਸ਼ਹੀਦ ਹੋਣਾ ਆ। ਪਰ ਸਰਕਾਰ ਵੀ ਚਾਹੁੰਦੀ ਸੀ ਵੀ ਇਹਨਾਂ ਸਿੱਖਾਂ ਨੂੰ, ਇਹਨਾਂ ਨੌਜਵਾਨਾਂ ਨੂੰ ਫੜੀਏ ਤੇ ਖਤਮ ਕਰੀਏ। ਆਏ ਗੇੜੇ ਸਾਨੂੰ ਪੁਲਿਸ ਟਿਕਣ ਨਹੀਂ ਸੀ ਦਿੰਦੀ, ਘਰੇ ਸਾਨੂੰ ਰੋਟੀ ਪਾਣੀ ਖਾਣਾ ਵੀ ਸਾਡਾ ਦੁੱਬਰ ਕਰ ਦਿੰਦੀ ਸੀ। ਜਦੋਂ ਸ਼੍ਰੀ ਅਕਾਲ ਤਖਤ ਸਾਹਿਬ ਤੇ ਅਟੈਕ ਹੁੰਦਾ ਮਾਂ ਜੀ, ਹਾਂਜੀ, ਅਟੈਕ ਤੋਂ ਕਿੰਨੇ ਚਿਰ ਬਾਅਦ ਤੁਹਾਡੇ ਘਰ ਵਿੱਚ ਪੁਲਿਸ ਗੇੜੇ ਮਾਰਦੀ ਹੈ? ਪਹਿਲਾਂ ਤੋਂ ਹੀ ਬਸ ਜਿਉਂ ਇਹਨੇ ਅੰਮ੍ਰਿਤ ਛਕ ਲਿਆ ਤੇ ਜਿਉਂ ਬਸ ਗੇੜੇ ਮਾਰਨ ਲੱਗੀ। ਮੇਰੇ ਵਿਆਹ ਤੋਂ ਮਗਰੋਂ ਇਹ ਵਿਸਾਖ ਦਾ ਵਿਆਹ ਤੇ ਸਾਉਣ ਚ ਸਾਡੇ ਘਰੇ ਪਹਿਲੀ ਵਾਰ ਪੁਲਿਸ ਆਈ। ਤੁਹਾਡਾ ਵਿਆਹ ਕਿੰਨੇ ਸਨ ਵਿੱਚ ਹੁੰਦਾ ਹੈ? 84? 1984 ਚ। ਅੱਛਾ, 1984 ਦੇ ਵਿੱਚ ਹੀ ਤੁਹਾਡਾ ਵਿਆਹ ਹੁੰਦਾ ਹੈ। ਅਟੈਕ ਉਦੋਂ ਬਾਅਦ ਚ ਹੁੰਦਾ ਹੈ? ਬਸ ਦਿਨਾਂ ਮਗਰੋਂ ਹੀ ਹੋ ਗਿਆ ਅਟੈਕ। ਉਦੋਂ ਪਹਿਲਾਂ ਹੀ ਅੰਮ੍ਰਿਤ ਛਕ ਕੇ ਆਏ ਉੱਥੋਂ। ਅੱਛਾ, ਉਸ ਤੋਂ ਪਹਿਲਾਂ ਤੁਸੀਂ ਅੰਮ੍ਰਿਤ ਛਕ ਕੇ ਆਏ ਹੋ? ਹਾਂ। ਤੇ ਉਦੋਂ ਬਾਅਦ ਦੇ ਵਿੱਚ ਅਟੈਕ ਹੁੰਦਾ ਹੈ? ਬਸ ਘਰੇ ਆ ਗਏ ਆ ਅੰਮ੍ਰਿਤ ਛਕ ਕੇ ਤੇ ਅਟੈਕ ਹੋ ਗਿਆ। ਅੱਛਾ, ਬਸ ਐਂ ਉਦੋਂ ਬਾਅਦ ਦੇ ਵਿੱਚ ਪੁਲਿਸ ਨੇ ਫਿਰ ਲੱਭਣਾ ਸ਼ੁਰੂ ਕਰ ਦਿੱਤਾ? ਫਿਰ ਤਾਂ ਪੁਲਿਸ ਨੇ ਸਾਡੀ ਜਾਨ ਨਹੀਂ ਛੱਡੀਗੀ ਵੀ ਆਏ ਗੇੜੇ ਕੰਧਾਂ ਟੱਪ ਕੇ ਘੇਰੇ ਪਾ ਕੇ ਫੜ ਲੈਂਦੇ ਰਹੇ ਤੇ ਜੋ ਮਨ ਆਇਆ ਸੋ ਕਰਨਾ ਇਹਨਾਂ ਨੇ। 84 ਦੇ ਵਿੱਚ ਮਾਂ ਜੀ ਅਟੈਕ ਹੁੰਦਾ ਹੈ ਸ਼੍ਰੀ ਅਕਾਲ ਤਖਤ ਸਾਹਿਬ ਦੇ ਉੱਪਰ। ਦਰਸ਼ਕੋ, ਕੱਲਾ ਸ਼੍ਰੀ ਅਕਾਲ ਤਖਤ ਸਾਹਿਬ ਤੇ ਅਟੈਕ ਨਹੀਂ, ਸ਼੍ਰੀ ਅਕਾਲ ਤਖਤ ਸਾਹਿਬ ਤੇ ਤਾਂ ਅਟੈਕ ਹੋਇਆ ਹੀ ਹੋਇਆ। ਨੌਜਵਾਨਾਂ ਦੇ ਅੰਦਰ ਕਿਤੇ ਨਾ ਕਿਤੇ ਗੁੱਸਾ ਵੀ ਫੁੱਟਿਆ, ਲਹਿਰਾਂ ਖੜੀਆਂ ਹੋਈਆਂ, ਬੇਅੰਤ ਲਹਿਰਾਂ ਬਣੀਆਂ। ਤੇ ਜੇ ਅਸੀਂ ਅਦਰ ਸਟੇਟਾਂ ਦੀ ਗੱਲ ਕਰੀਏ, ਦਿੱਲੀ ਦੇ ਵਿੱਚ ਵੀ ਕਹਿਰ ਹੋਇਆ। ਨੌਜਵਾਨਾਂ ਦੇ ਗਲਾਂ ਦੇ ਵਿੱਚ ਟਾਇਰ ਪਾ ਕੇ ਸਾੜ ਦਿੱਤਾ ਗਿਆ, ਸਿੱਖਾਂ ਦੀਆਂ ਦੁਕਾਨਾਂ ਤੱਕ ਸਾੜ ਦਿੱਤੀਆਂ ਗਈਆਂ। ਤੇ ਹੋਰ ਅਦਰ ਕੰਟਰੀਆਂ ਦੇ ਵਿੱਚ ਵੀ, ਅਦਰ ਸਟੇਟਾਂ ਦੇ ਵਿੱਚ ਵੀ, ਮਾਫ ਕਰਨਾ, ਜਿੱਥੇ ਜਿੱਥੇ ਸਿੱਖ ਪਰਿਵਾਰ ਬੈਠੇ ਸਨ ਉਹਨਾਂ ਨੂੰ ਕਿਤੇ ਨਾ ਕਿਤੇ ਨਿਸ਼ਾਨਾ ਬਣਾਇਆ ਗਿਆ, ਉਹਨਾਂ ਨੂੰ ਖਤਮ ਕੀਤਾ ਗਿਆ। ਮਾਂ ਜੀ, ਕਿੰਨੇ ਸਨ ਦੇ ਅੰਦਰ ਇਹਨਾਂ ਦੀ ਸ਼ਹਾਦਤ ਹੁੰਦੀ ਹੈ? 84 ਤੋਂ ਬਾਅਦ ਕਿੰਨਾ ਚਿਰ ਵੀਰ ਜੀ ਇਹ ਭਗੌੜੇ ਰਹਿੰਦੇ ਨੇ ਪੁਲਿਸ ਤੋਂ ਬਾਅਦ ਵਿੱਚ? 84 ਤੋਂ ਮਗਰੋਂ ਤਾਂ ਬਸ ਕਿਤੇ ਇਹਨੇ ਚੋਰਾਂ ਵਾਂਗੂ ਆਉਣਾ। ਅੱਛਾ। ਤੇ ਬਸ ਬਿੰਦ ਝੱਟ ਖੜੋਣਾ ਘਰੇ, ਰੋਟੀ ਪਾਣੀ ਜੇ ਪੱਕਿਆ ਤੇ ਖਾ ਲੈਣਾ, ਨਹੀਂ ਤੇ ਕਿਸੇ ਪਰਿਵਾਰ ਨੇ ਆਖ ਦੇਣਾ ਵੀ ਜਿਹੜਾ ਮੇਰੇ ਘਰੋਂ ਫੁਲਕਾ ਛਕ ਲਾ, ਇਹਨੇ ਤੁਰੇ ਜਾਂਦੇ ਨੇ ਉੱਥੋਂ ਛਕ ਲੈਣਾ। ਕਿਤੇ ਘਰੇ ਆ ਜਾਣਾ, ਜੇ ਆਉਣਾ ਜ਼ਰੂਰ, ਸਾਨੂੰ ਪਤਾ ਲੱਗ ਜਾਣਾ ਨੇ ਥੋੜੀ ਜਿਹੀ ਚੀਜ਼ ਲੈ ਕੇ ਸਾਨੂੰ ਘਲਾ ਦੇਣੀ ਜੀ। ਬਾਹਰ ਫਿਰਦੇ ਨੇ, ਥੋੜੀ ਜਿਹੀ ਚੀਜ਼ ਲਾ ਕੇ ਘਲਾ ਦੇਣੀ। ਜਿੱਦਣ ਚੀਜ਼ ਕੋਈ ਆ ਜਾਣੀ ਨਾ ਵੀ ਥੋੜੀ ਘਣੀ ਖਾਣ ਨੂੰ ਜਾਂ ਕਿਵੇਂ ਵੀ, ਤਾਂ ਅਸੀਂ ਸਮਝ ਲੈਣਾ ਵੀ ਅੱਜ ਘਰੇ ਆਊਗਾ। ਜਿੱਦਾਂ ਨਹੀਂ ਚੀਜ਼ ਆਈ ਉਦੋਂ ਸਮਝਣਾ ਵੀ ਅੱਜ ਨਹੀਂ ਇਹਨੇ ਘਰੇ ਨਹੀਂ ਆਉਣਾਗਾ, ਅੱਜ ਬਾਹਰ ਹੀ ਰਹੂਗਾ। ਮਹੀਨੇ ਵਿੱਚ ਕਿੰਨੇ ਕੁ ਗੇੜੇ ਵੱਜ ਜਾਂਦੇ ਸੀ ਘਰ ਪੁਲਿਸ ਦੇ? ਨਹੀਂ, ਇਹ ਵੀਰ ਜੀ ਹੁਣਾਂ ਦੇ, ਵੀਰ ਜਰਨੈਲ ਸਿੰਘ ਆਏ ਚਲੇ ਗਏ ਬਸ, ਘਰੇ ਤੇ ਨੇ ਖੜੋਣਾ ਹੀ ਨਹੀਂ। ਠੀਕ ਹੈ, ਆਉਣ ਜਾਣੀ ਹੁੰਦਾ ਸਿਰਫ 5-7 ਮਿੰਟ ਮਿਲੇ, ਬਸ ਚਲੇ ਗਏ ਬਸ। ਆਉਣਾ ਜਾਂ ਬਸ ਆਉਂਦੇ ਵੇਖ ਲੈਣਾ। ਕਈਆਂ ਨੇ ਆਖਣਾ ਵੀ ਆਉਂਦਾ ਵੇਖੀਦਾ, ਜਾਂਦੇ ਦਾ ਪਤਾ ਨਹੀਂ ਲੱਗਦਾ ਕਦੋਂ ਕਿੱਧਰ ਗਿਆ। ਫਿਰ ਮੈਨੂੰ ਕਈਆਂ ਨੇ ਉਹ ਵੀ ਆਖਣਾ ਵੀ ਤੂੰ ਰੋਕ ਇਹਨੂੰ। ਮੈਂ ਆਖਣਾ ਬਿਲਕੁਲ ਨਹੀਂ, ਜੇ ਇਹਦਾ ਮਨ ਆ, ਜੋ ਇਹਦੇ ਮਨ 'ਚ ਇਹਨੂੰ ਕਰਨ ਦਿਓ, ਮੈਂ ਨਹੀਂ ਰੋਕਣਾਗਾ। ਇਹ ਮਾਂ ਜੀ, ਇਹ ਡਰ ਕਰਕੇ ਹੀ ਘਰੋਂ ਬਾਹਰ ਸਨ ਜਾਂ ਕਿਤੇ ਧਰਮ ਦੀ ਖਾਤਰ ਕਹਿੰਦੇ ਸੀ? ਧਰਮ ਦੀ ਖਾਤਰ ਕੀ ਕਹਿੰਦੇ ਸੀ? ਵੀ ਮੈਂ ਲੇਖੇ ਵੀ ਲੱਗ ਜੂ, ਕੋਈ ਡਰ? ਲੇਖੇ ਲੱਗ ਜੂ, ਕੋਈ ਡਰ ਨਹੀਂ। ਇੱਥੋਂ ਤੱਕ ਵੀ ਜਦੋਂ ਤੱਕ ਮੈਂ ਵੀ ਚਲੇ ਜਾਵਾਂ ਤੇ ਮੇਰੇ ਪਰਿਵਾਰ ਤੇ ਆਪਦੇ ਭਰਾ ਨੂੰ ਆਂਦਾ, ਮੇਰੇ ਪਰਿਵਾਰ ਨੂੰ ਵੇਖੀ ਕਿਤੇ ਖਾ ਨਾ ਜਾਈ, ਇਹਦੇ ਤੇ ਸਿਰ ਤੇ ਹੱਥ ਰੱਖਿਓ ਜੇ ਮੇਰੇ ਪਰਿਵਾਰ ਦੇ। ਪਰ ਮੈਂ ਅੱਜ ਹੈਗਾ, ਕੱਲ ਨੂੰ ਨਹੀਂ। ਇਹ ਕਹਿੰਦੇ ਹੁੰਦੇ ਸਨ? ਕਹਿੰਦੇ ਹੁੰਦੇ ਸੀ ਪਹਿਲਾਂ ਹੀ। ਤੇ ਤੁਹਾਡੇ ਮਾਤਾ ਜੀ ਬੱਚੇ ਕਿੰਨੇ? ਸਰਦਾਰ ਜਰਨੈਲ ਸਿੰਘ ਦੇ ਕਿੰਨੇ ਬੱਚੇ ਸੀ? 2 ਬੱਚੇ ਸੀ।
2 ਬੱਚੇ। ਹਾਂਜੀ, ਕੀ ਬੇਟਾ ਬੇਟੀ? ਇੱਕ ਬੇਟਾ, ਵੱਡਾ ਬੇਟਾ, ਬੇਟੀ ਛੋਟੀ ਸੀ। ਬੇਟੀ ਛੋਟੀ ਹੈ। ਹਾਂਜੀ, ਠੀਕ। ਉਹਨਾਂ ਦਾ ਬਰਥ ਕਦੋਂ ਹੁੰਦਾ ਆ? ਉਹਨਾਂ ਦਾ ਬਰਥ ਇਹਦਾ ਮੁੰਡੇ ਦਾ 85 ਦਾ। ਠੀਕ ਹੈ, ਸਾਲ ਬਾਅਦ। ਹਾਂਜੀ, ਹੂੰ। ਤੇ ਇਹਦਾ ਦੂਜਾ ਗੁੜੀਆ ਦਾ 88 ਦਾ। 88 ਦਾ। ਹਾਂਜੀ, ਤੇ ਵੀਰ ਜੀ ਹੁਣਾਂ ਦੀ ਸ਼ਹਾਦਤ ਕਿਹੜੇ ਸਨ ਚ ਹੁੰਦੀ ਹੈ? 1999 ਚ। 1999। 8ਵਾਂ ਮਹੀਨਾ 1999। ਅੱਛਾ, 8ਵਾਂ ਮਹੀਨਾ 1999। 79 1999 99 ਦੇ ਵਿੱਚ। ਹਾਂ, 99 ਦੇ ਵਿੱਚ ਹੁੰਦੀ ਹੈ, ਮੈਂ ਪੜ੍ਹਿਆ। ਹਾਂਜੀ ਹਾਂਜੀ ਤੇ ਮਾਂ ਜੀ ਜਦੋਂ ਆਉਂਦੇ ਸੀ ਸਰਦਾਰ ਜਰਨੈਲ ਸਿੰਘ ਜੀ ਘਰ, ਤੁਸੀਂ ਕਿਹਾ ਵੀ ਆਉਣਾ ਤੇ ਚਲੇ ਜਾਣਾ, ਹਾਂਜੀ 5-10 ਮਿੰਟ ਰੁਕਣਾ, ਕਦੀ ਐਸਾ ਨਹੀਂ ਹੋਇਆ ਵੀ ਸਰਦਾਰ ਜਰਨੈਲ ਸਿੰਘ ਘਰ ਆਏ ਹੋਣ ਤੇ ਪਿੱਛੇ ਪੁਲਿਸ ਆ ਗਈ ਹੋਵੇ? ਬਹੁਤ ਵੇਰੀ ਹੋਇਆ, ਘੇਰਾ ਪਾ ਲੈਂਦੇ ਹੁੰਦੇ ਸੀ। ਕਈ ਵਾਰੀ ਕੰਧਾ ਟੱਪ ਜਾਂਦਾ ਹੁੰਦਾ ਸੀ, ਫਿਰ ਮੈਂ ਕੋਈ ਸਾਡਾ ਬੂਹਾ ਨਹੀਂ ਖੋਲਦਾ ਹੁੰਦਾ, ਅਸੀਂ ਬੂਹਾ ਬੰਦ ਰੱਖਣਾ ਵੀ ਪਤਾ ਨਹੀਂ ਪੁਲਿਸ ਨੇ ਕਦੋਂ ਘੇਰਾ ਪਾ ਲੈਣਾ, ਤੇ ਬੂਹਾ ਬੰਦ ਰੱਖਣਾ। ਤੇ ਇਹਨੇ ਜਦੋਂ ਘੇਰਾ ਪਾ ਲੈਣਾ ਤੇ ਮੇਰੇ ਪਰਿਵਾਰ ਦਾ ਕੋਈ ਗਾਹ ਨਹੀਂ ਜਾਂਦਾ ਹੁੰਦਾ ਬੂਹਾ ਖੋਲਣ, ਮੈਨੂੰ ਆਖਣਾ ਜਾ ਖੋਲਿਆ ਬੂਹਾ, ਤੇਰਾ ਹੀ ਬੰਦਾ, ਤੂੰ ਖੋਲਿਆ ਬੂਹਾ। ਮੈਂ ਜਾਣਾ ਤੇ ਇਹਨੇ ਮਗਰੋਂ ਖਿਸਕ ਜਾਣਾ, ਆਪਦਾ ਭੱਜ ਜਾਣਾ ਵੀ ਇਹਨਾਂ ਦੇ ਹੱਥ ਨਹੀਂ ਆਉਣਾ, ਮੈਂ ਆਪਦੇ ਕੰਮ ਕਰਨੇ ਆ। ਸਭ ਤੋਂ ਪਹਿਲਾਂ ਮੈਂ ਮਾਂ ਤੁਹਾਨੂੰ ਇੱਕ ਬੇਨਤੀ ਕਰਾਂਗਾ, ਚਲੋ ਇਹ ਵਿਛੋੜੇ ਦੇ ਵੀ ਹੰਝੂ ਹੁੰਦੇ ਆ, ਪਿਆਰ ਦੇ ਵੀ ਹੰਝੂ ਹੁੰਦੇ ਆ, ਤੇ ਗੁਰੂ ਦੀ ਖੁਸ਼ੀ ਦੇ ਵੀ ਹੰਝੂ ਹੁੰਦੇ ਆ। ਸਭ ਤੋਂ ਪਹਿਲਾਂ ਆਪਣੀਆਂ ਅੱਖਾਂ ਸਾਫ਼ ਕਰੋ, ਜਿਹੜੀਆਂ ਅੱਖਾਂ ਦੇ ਵਿੱਚੋਂ ਹੰਝੂ ਆ ਰਹੇ ਨੇ, ਕਿਉਂਕਿ ਉਹ ਪੁਰਾਤਨ ਯਾਦਾਂ। ਦਰਸ਼ਕੋ, ਮੈਂ ਦੱਸ ਦੇਵਾਂ ਵੀ ਜਦੋਂ ਕਿਤੇ ਕੁਝ ਦਿਨ ਹੀ ਹੋਏ ਹੁੰਦੇ ਆ ਵਿਆਹ ਹੋਏ ਨੂੰ, ਜੀਵਨ ਸਾਥੀ ਮਿਲੇ ਨੂੰ, ਤੇ ਜਦੋਂ ਜੀਵਨ ਸਾਥੀ ਤੋਂ ਦੂਰ ਹੋਣਾ ਪੈ ਜਾਏ ਤੇ ਚੇਤੇ ਰੱਖਿਆ ਜੇ ਜ਼ਿੰਦਗੀ ਕਿਸ ਪ੍ਰਕਾਰ ਦੀ ਹੋ ਜਾਂਦੀ ਹੈ। ਤੇ ਮਗਰੋਂ ਫਿਰ ਉਹਨਾਂ ਦੀਆਂ ਯਾਦਾਂ ਦੇ ਨਾਲ ਹੀ ਇਸ ਪ੍ਰਕਾਰ ਹੀ ਸਾਰੀ ਜ਼ਿੰਦਗੀ ਹੰਝੂ ਵਹਾਉਂਦਿਆਂ ਹੀ ਪਿੱਛੇ ਪਰਿਵਾਰ ਦੀ ਨਿਕਲਦੀ ਹੈ। ਮਾਂ ਦੇ ਅੱਖਾਂ ਦੇ ਹੰਝੂ ਇੱਕ ਪਾਣੀ ਦੇ ਵਾਂਗੂ ਵਹਿ ਤੁਰਦੇ ਸੀ, ਤੇ ਮੈਂ ਇਸ ਵਾਸਤੇ ਬੇਨਤੀ ਕੀਤੀ ਮਾਂ ਨੂੰ ਵੀ ਆਪਣੀਆਂ ਅੱਖਾਂ ਜਿਹੜੀਆਂ ਉਹਨਾਂ ਨੂੰ ਸਾਫ਼ ਕਰੋ। ਮਾਂ ਜੀ, ਤੁਹਾਡੇ ਪਤੀ ਸਰਦਾਰ ਜਰਨੈਲ ਸਿੰਘ ਜੀ ਕੌਮ ਦੇ ਵਾਸਤੇ ਸ਼ਹੀਦ ਹੋਏ ਆ, ਧਰਮ ਦੇ ਲੇਖੇ ਲੱਗੇ ਆ। ਹਾਂਜੀ, ਨਾਲੇ ਤੁਹਾਨੂੰ ਪਤਾ ਹੈ ਵੀ ਅਹਿਸਾਸ ਹੋਣਾ ਚਾਹੀਦਾ ਵੀ ਆਪ ਕਹਿੰਦੇ ਸੀ ਵੀ ਅਸੀਂ ਧਰਮ ਦੇ ਲੇਖੇ ਲੱਗਣਾ। ਉਹਨਾਂ ਅਕਾਲ ਤਖਤ ਸਾਹਿਬ ਤੇ ਅਟੈਕ ਕੀਤਾ, ਤੇ ਕੋਈ ਗੱਲ ਨਹੀਂ, ਸਾਡੀ ਜਿੰਦ ਜੇ ਧਰਮ ਦੇ ਲੇਖੇ ਲੱਗਦੀ ਹੈ ਤੇ ਲੱਗ ਲੱਗ ਜਾਂਦੇ, ਕੋਈ ਡਰ ਨਹੀਂ। ਤੇ ਫਿਰ ਮਾਂ ਇਹ ਦੱਸ ਦਿਓ ਵੀ ਕਿੱਥੇ ਸ਼ਹਾਦਤ ਦਾ ਜਿਹੜਾ ਜਾਮ ਪੀਤਾ ਜਾਂਦਾ, ਕਿੱਥੇ ਉਹਨਾਂ ਨੂੰ ਸ਼ਹੀਦ ਕੀਤਾ ਜਾਂਦਾ, ਪੁਲਿਸ ਵੱਲ ਕੋ ਮੁਕਾਬਲਾ ਬਣਾ ਕੇ ਕਿੱਥੇ ਸ਼ਹੀਦ ਕੀਤਾ ਜਾਂਦਾ? ਜੀਰੇ ਅੱਡੇ ਦੇ ਵਿੱਚ। ਅੱਛਾ, ਜੀਰੇ ਮੇਨ ਅੱਡੇ ਦੇ ਵਿੱਚ। ਮੇਨ ਅੱਡੇ ਦੇ ਵਿੱਚ, ਜੀਰੇ ਅੱਡੇ ਮੇਨ ਅੱਡੇ ਦੇ ਜਿਹੜੀ ਬਾਰੀ ਉਹਦੇ ਵਿੱਚ। ਕਿਸ ਤਰੀਕੇ ਦੇ ਨਾਲ ਪਹਿਲਾਂ ਇਹਨਾਂ ਨੂੰ ਫੜ ਕੇ ਹਿਰਾਸਤ ਵਿੱਚ ਪੁਲਿਸ ਰੱਖਦੀ ਹੈ, ਜਾਂ ਸਿੱਧੀਆਂ ਗੋਲੀਆਂ ਮਾਰ ਦਿੰਦੀ, ਪਿੱਠ ਪਿੱਛੋਂ ਮਾਰੀਆਂ ਕਿ ਇੱਕ ਦੇ ਵਿੱਚ ਗੋਲੀਆਂ? ਦੇ ਵਿੱਚ ਮਾਰੀਆਂ। ਫਿਰ ਇਹਨੇ ਇਹ ਵੀ ਆਖਿਆ ਜੇ ਮੇਰੀ ਹਿੱਕ ਦੇ ਵਿੱਚ ਗੋਲੀਆਂ ਵੱਜਣ ਤੇ ਮੈਨੂੰ ਘਰੇ ਚੁੱਕ ਲਿਆਇਓ ਜੀ, ਜੇ ਮੇਰੀ ਪਿੱਠ ਤੇ ਗੋਲੀ ਵੱਜੀ ਮੈਨੂੰ ਚੱਕ ਕੇ ਨਾ ਲਿਆਇਓ ਜੀ। ਅੱਛਾ। ਹਾਂ, ਤੇ ਮੇਰੀਆਂ ਲੱਤਾਂ ਇੱਧਰ ਨੂੰ ਹੋਣਗੀਆਂ, ਸਿਰ ਮੇਰਾ ਦਰਬਾਰ ਸਾਹਿਬ ਵੱਲ ਨੂੰ ਹੋਊਗਾ, ਤੇ ਮੈਨੂੰ ਚੁੱਕਿਓ ਜੇ। ਇਹ ਗੱਲਾਂ ਕਹੀਆਂ? ਹਾਂਜੀ, ਫਿਰ ਵਾਕਿਆ ਹੀ ਇਵੇਂ ਹੋਇਆ। ਫਿਰ ਅਸੀਂ ਜਾ ਕੇ ਵੇਖਿਆ, ਜਦੋਂ ਤੁਸੀਂ ਲੈ ਕੇ ਆਏ ਉਹਨਾਂ ਦੀ ਦੇਹ ਉੱਥੇ ਪਈ ਹੋਈ ਸੀ, ਹਾਂਜੀ ਸਰੀਰ ਪਿਆ ਹੋਇਆ ਸੀ। ਹਾਂਜੀ ਹਾਂਜੀ। ਬਹੁਤ ਐਂਤ ਸ਼ਹੀਦ ਪਰਿਵਾਰਾਂ ਨੂੰ ਜਦੋਂ ਮਿਲਦਾ ਵਾਂ, ਤੇ ਉਹ ਸ਼ਹੀਦ ਪਰਿਵਾਰ ਕਹਿੰਦੇ ਆ ਵੀ ਸਾਡੇ ਪਰਿਵਾਰ ਦੇ ਨੌਜਵਾਨ ਦਾ ਸਾਨੂੰ ਸਰੀਰ ਤੱਕ ਨਹੀਂ ਮਿਲਿਆ, ਤੇ ਸਾਨੂੰ ਪਤਾ ਹੀ ਕੋਈ ਨਹੀਂ ਉਹ ਕਿੱਧਰ ਪੁਲਿਸ ਨੇ ਗੁਪਤ ਕਰ ਦਿੱਤਾ। ਪਰ ਤੁਹਾਨੂੰ ਇਹ ਜਿਹੜੀ ਡੈੱਡ ਬੋਡੀ ਸਰਦਾਰ ਜਰਨੈਲ ਸਿੰਘ ਦੀ ਮਿਲੀ ਹੈ ਬੱਸ ਸਟੈਂਡ ਜੀਰੇ ਦੇ ਵਿੱਚੋਂ, ਤੇ ਕਿੰਨੀਆਂ ਕੁ ਗੋਲੀਆਂ ਦੇ ਨਿਸ਼ਾਨ ਸਨ, ਕਿੰਨਾ ਕੁ ਖੂਨ ਵਹਿ ਤੁਰਿਆ ਸੀ ਉੱਥੇ ਜਦੋਂ ਤੁਸੀਂ? ਤਾਂ ਬਹੁਤ ਵਗਿਆ ਸੀ, ਪਰ ਇੱਕ ਉਹਦੀ ਛਾਤੀ 'ਚ ਗੋਲੀ ਸੀ, ਇੱਕ ਧੁੰਨੀ ਤੇ ਇੱਕ ਸਾਈਡ ਤੇ, 3 ਗੋਲੀਆਂ ਸੀ। 3 ਗੋਲੀਆਂ ਮਾਰੀਆਂ ਹੋਈਆਂ ਸੀ। ਜਦੋਂ ਤੁਹਾਨੂੰ ਕਿਵੇਂ ਪਤਾ ਲੱਗਦਾ ਵੀ ਸਰਦਾਰ ਜਰਨੈਲ ਸਿੰਘ ਤੁਹਾਡੇ ਪਤੀ ਇਸ ਦੁਨੀਆ ਤੋਂ ਰੁਖਸਤ ਹੋ ਗਿਆ, ਧਰਮ ਦੇ ਲੇਖੇ ਲੱਗ ਗਏ, ਪੁਲਿਸ ਪ੍ਰਸ਼ਾਸਨ ਨੇ ਉਹਨਾਂ ਨੂੰ ਗੋਲੀਆਂ ਦੇ ਨਾਲ ਵਿੰਨ ਦਿੱਤਾ, ਉਹਨਾਂ ਦਾ ਪੁਲਿਸ ਮੁਕਾਬਲਾ ਬਣਾ ਕੇ ਉਹਨਾਂ ਨੂੰ ਸ਼ਹੀਦ ਕਰਤਾ? ਸਾਨੂੰ ਸਾਡਾ ਚਾਚਾ ਜੀ ਗਿਆ ਸੀਗਾ ਸ਼ਹਿਰ ਸ਼ਾਮ ਦੇ 5:05 ਤੇ ਉਹਨਾਂ ਨੇ ਫਿਰ ਜਦੋਂ ਵੇਖਿਆ ਵੀ ਫੈਰ ਹੁੰਦੇ, ਤੇ ਉਹ ਘਰੇ ਹੀ ਆ ਗਿਆ ਸਿੱਧਾ ਆਣ ਕੇ, ਉਹਨੇ ਦੱਸਤਾ ਵੀ ਜਰਨੈਲ ਸਿੰਘ ਮਾਰਿਆ ਗਿਆ। ਅੱਛਾ। ਫਿਰ ਉਦੋਂ ਹੀ ਸਾਰੇ ਵੀ ਦੌੜ ਗਏ, ਜਿਵੇਂ ਵੀ ਕਿਸੇ ਤੋਂ ਜਾਇਆ ਗਿਆ ਉਵੇਂ ਹੀ ਪਹੁੰਚ ਗਏ ਉੱਥੇ, ਢਕੋ ਢਕ ਲੋਕ ਵੀ ਪਹੁੰਚ ਗਏ ਤਾਂ ਅਸੀਂ ਵੀ ਪਹੁੰਚ ਗਏ। ਤੇ ਪੁਲਿਸ ਪ੍ਰਸ਼ਾਸਨ ਨੇ ਉਦੋਂ ਜਿਹੜੀ ਉਹਨਾਂ ਦੀ ਡੈੱਡ ਬੋਡੀ ਸੀ ਲੈ ਕੇ ਤੇ ਹਿਰਾਸਤ ਵਿੱਚ ਨਹੀਂ ਲਈ, ਕੋਈ ਪੋਸਟਮਾਰਟਮ ਨਹੀਂ ਕੀਤਾ? ਕੀਤਾ ਹੈ। ਹਾਂਜੀ, ਕੀਤਾ। ਬਾਅਦ ਚ ਪੁਲਿਸ ਪ੍ਰਸ਼ਾਸਨ ਨੇ ਵੀ ਡੈੱਡ ਬੋਡੀ ਲੈ ਲਈ, ਤੇ ਜਦੋਂ ਉਹਨਾਂ ਦਾ ਪੋਸਟਮਾਰਟਮ ਹੋ ਗਿਆ ਬਾਅਦ ਦੇ ਵਿੱਚ ਤੁਹਾਨੂੰ ਜਿਹੜੇ ਸਰੀਰ ਸੀ ਉਹ ਸੌਂਪ ਦਿੱਤਾ ਗਿਆ? ਹਾਂਜੀ ਹਾਂਜੀ। ਤੇ ਫਿਰ ਉਹਨਾਂ ਦਾ ਸੰਸਕਾਰ ਕਿੱਥੇ ਕੀਤਾ ਗਿਆ? ਪਿੰਡ ਕੀਤਾ ਗਿਆ। ਹਾਂਜੀ, ਪਿੰਡ। ਤੁਸੀਂ ਇੱਕ ਮਾਂ ਜੀ ਪਹਿਲਾਂ ਗੱਲ ਦੱਸ ਰਹੇ ਸੀ ਵੀ ਇੱਕ ਵਾਰ ਘਰ ਸਨ ਸਰਦਾਰ ਜਰਨੈਲ ਸਿੰਘ ਦੀ, ਜਦੋਂ
ਪੁਲਿਸ ਪ੍ਰਸ਼ਾਸਨ ਸਿੰਘਾਂ ਦੇ ਰੂਪ ਵਿੱਚ ਆਉਂਦੇ ਆ। ਇਹ ਦਰਸ਼ਕੋ ਮੈਂ ਦੱਸ ਦਵਾਂ ਤੁਹਾਨੂੰ ਵੀ ਬਹੁਤਾਂਤ ਐਸੀ ਜਦੋਂ ਕਿਤੇ ਕਿਸੇ ਲਹਿਰ ਨੂੰ ਖਤਮ ਕਰਨਾ ਹੁੰਦਾ ਨਾ, ਉਹਦੇ ਵਿੱਚ ਨਕਲੀ ਭੇਖੀ ਬਣਾ ਕੇ ਵੀ ਜਿਹੜਾ ਪ੍ਰਸ਼ਾਸਨ ਹੈ ਉਹ ਵਿੱਚ ਵੜਦਾ ਹੈ। ਤੇ ਜਦੋਂ ਸਿੰਘਾਂ ਦਾ ਸਮਾਂ ਸੀ ਨਾ, ਤੇ ਉਦੋਂ ਪੁਲਿਸ ਪ੍ਰਸ਼ਾਸਨ ਦੇ ਅਧਿਕਾਰੀ ਗੋਲ ਦਸਤਾਰਾਂ ਸਜਾ ਕੇ ਤੇ ਤਨ ਤੇ ਗੁਰੂ ਵਾਲਾ ਬਾਣਾ ਪਹਿਨ ਕੇ, ਐਂ ਕਹਿ ਲਓ ਵੀ ਚੋਲੇ ਪਹਿਨ ਕੇ ਨਕਲੀ ਸਿੰਘ ਬਣ ਕੇ ਵੀ ਲੋਕਾਂ ਦੇ ਘਰ ਵੜ ਜਾਇਆ ਕਰਦੇ ਸਨ। ਮਾਤਾ ਜੀ ਤੁਹਾਡੇ ਪਰਿਵਾਰ ਨਾਲ ਐਸਾ ਤਾਂ ਨਹੀਂ ਹੋਇਆ? ਹੋਇਆ ਸੀ ਜੀ, ਆਏ ਸੀ। ਇਸ ਤਰ੍ਹਾਂ ਚੋਲੇ ਪਾਏ ਸੀ? ਹਾਂਜੀ, ਆਂਦੇ ਤੇ ਸੀ। ਉਹ ਕੌਣ ਸੀ? ਇਹ ਮੁੰਡੇ ਹੀ ਸੀਗੇ ਨਾਲ ਦੇ ਜਿਹੜੇ ਮਾਰਨ ਵਾਲੇ, ਪੁਲਿਸ ਪ੍ਰਸ਼ਾਸਨ ਦੇ ਹੋਣ ਜਾਂ ਕਿਵੇਂ ਵੀ ਸੀ ਮੁੰਡੇ ਹੀ। ਤੇ ਉਹਨਾਂ ਮਾੜੀ ਮਨਸ਼ਾ ਨਾਲ ਆਏ ਸੀ। ਉਹਨਾਂ ਦਾ ਇੱਥੋਂ ਤੱਕ ਵੀ ਉਹਨਾਂ ਝੂਠ ਮਾਰਿਆ ਸਾਨੂੰ ਆਣ ਕੇ ਵੀ ਉਹਦੀ ਅੱਜ ਤਰੀਕ ਸੀ, ਤਰੀਕ ਤੋਂ ਗੈਰ ਹਾਜ਼ਰ ਹੋ ਗਿਆ। ਤੇ ਜਾਂ ਉਹਨੂੰ ਅਸੀਂ ਪੁੱਛਿਆ ਤੇ ਉਹਦਾ ਮੇਰੀ ਤਰੀਕ ਹੀ ਹੈ ਨਹੀਂ ਕੋਈ। ਅੱਛਾ, ਉਹਨੂੰ ਕਹਿੰਦੇ ਵੀ ਤੂੰ ਤਰੀਕ ਤੋਂ ਗੈਰ ਹਾਜ਼ਰ ਹੋ ਗਿਆ। ਗੈਰ ਹਾਜ਼ਰ ਹੋਣਾ, ਅਸੀਂ ਤਾਂ ਆਏ ਆ ਤੈਨੂੰ ਲੈਣ ਵਾਸਤੇ। ਤੈਨੂੰ ਲੈਣ ਵਾਸਤੇ ਆਏ ਆ। ਇਹ ਕਿਹੜਾ ਐਸਾ ਕਾਨੂੰਨ ਵੀ ਜਿਹੜਾ ਪਿੱਛੇ ਬੰਦੇ ਲੈਣ ਆਉਣ ਵੀ ਤੇਰੀ ਤਰੀਕ ਆ ਤੇ ਵੀ ਤੂੰ ਆ ਜਾ। ਤੇ ਉਹ ਘਰੇ ਸੀਗਾ। ਅੱਛਾ, ਤੇ ਉਹ ਲੁਕ ਗਿਆ। ਕੀ ਕਰ ਰਿਹਾ ਸੀ? ਘਰ ਕੀ ਕਰ ਰਿਹਾ ਸੀ? ਇਸ਼ਨਾਨ ਕਰ ਰਹੇ ਸੀ। ਅੱਛਾ, ਇਸ਼ਨਾਨ ਕਰ ਰਿਹਾ ਸੀ। ਹਾਂਜੀ। ਅੱਛਾ, ਤੇ ਜਦੋਂ ਘਰ ਆਉਂਦੇ ਉਹਨਾਂ ਦੀ ਨਿਗਾਹ ਨਹੀਂ ਪਈ ਇਸ਼ਨਾਨ ਕਰਦਿਆਂ? ਨਾ, ਉਹ ਨਾਲ ਹੀ ਸਾਡਾ ਖੁਰਾ ਸੀਗਾ ਤੇ ਖੁਰੇ ਦੇ ਵਿੱਚ ਉਹ ਲੁਕ ਗਿਆ। ਅੱਛਾ, ਵਿੱਚ ਹੀ ਲੁਕ ਗਿਆ। ਹਾਂ, ਫਿਰ ਗਾਹ ਨਹੀਂ ਹੋਏ। ਗਾਹ ਮੇਰੇ ਨਾਲ ਗੱਲ ਕਰਦੇ ਹੁੰਦੇ ਸੀ ਜਦੋਂ ਉਹਨੇ ਵੀ ਪੁੱਛਿਆ ਕਿੱਥੇ, ਮੈਂ ਕਿਹਾ ਵੀ ਘਰੇ ਹੈ ਨਹੀਂ ਵੀਰ ਜੀ, ਜਦੋਂ ਆਊਗਾ ਅਸੀਂ ਦੱਸ ਦਾਂਗੇ, ਜੋ ਕੰਮ ਆਏ ਤੁਸੀਂ ਦੱਸ ਦਿਓ। ਤੇ ਫਿਰ ਆਂਦੇ ਨਹੀਂ, ਸਾਨੂੰ ਬਾਹਰ ਮੰਜੇ ਢਾ ਦਿਓ ਦੋ, ਅਸੀਂ ਉਹਨਾਂ ਤੇ ਬਹਿ ਜਾਂਦੇ, ਜਦੋਂ ਆ ਗਿਆ ਅਸੀਂ ਉਹਨਾਂ ਗੱਲ ਕਰ ਲਾਂਗੇ ਆਪੇ ਹੀ। ਤੇ ਫਿਰ ਮੈਂ ਹਾਂ ਵੀ ਉਹ ਜਿਹੜਾ ਉਹ ਲਿਖ ਕੇ ਦਿੰਦੇ ਹੁੰਦੇ ਆ ਵੀ ਤੁਹਾਡੇ ਕੋਲੇ ਕੋਈ ਲਿਖਤ ਪੜ੍ਹਤ ਤਾਂ ਹੋਊਗੀ, ਮੈਨੂੰ ਵਿਖਾਓ। ਜਿਹੜੇ ਸਮਨ ਵਗੈਰਾ ਕੁਝ, ਹਾਂ, ਵੀ ਕੁਛ ਨਾ ਕੁਛ ਤੁਹਾਡੇ ਕੋਲੇ ਹੋਊਗਾ। ਤੇ ਪਰ ਉਹਨਾਂ ਨੇ ਮੈਨੂੰ ਕੁਛ ਨਹੀਂ ਵਿਖਾਇਆ। ਮੈਂ ਬਹੁਤ ਉਹਨਾਂ ਨਾਲ ਵੀ ਬਹਿਸ ਕੀਤੀ, ਮੈਨੂੰ ਵਿਖਾਓ ਤਾਂ ਸਹੀ, ਵੀ ਪੜ੍ਹ ਕੇ ਦੱਸੋ ਵੀ ਕੀ ਲਿਖਿਆ ਵਿੱਚ, ਵੀ ਕੌਣ ਐਵੇਂ ਫੜਦਾ ਆ ਤਰੀਕ ਤੋਂ ਜਿਹੜਾ ਗੈਰ ਹਾਜ਼ਰ ਆ, ਵੀ ਇਹਨੇ ਕਿਹੜਾ ਕੋਈ ਕਤਲ ਕੀਤਾ। ਤੇ ਪਰ ਨਾ, ਉਹਨਾਂ ਨੇ ਇੱਕ ਨਾ ਸੁਣੀਆਂ ਤੇ ਸਾਨੂੰ ਮੰਜੇ ਢਾ ਦਿਓ ਬਾਹਰ, ਅਸੀਂ ਆਪੇ ਗੱਲ ਕਰ ਲਾਂਗੇ। ਫਿਰ ਅਸੀਂ ਉਹਨੂੰ ਵੀ ਜਣੀ ਭਜਾਤਾ। ਸਾਰੇ ਚਲੇ ਗਏ ਵੀ ਉਹ ਤਾਂ ਬਾਹਰ ਬੈਠੇ ਰਹੇ, ਇਹਨੂੰ ਅਸੀਂ ਭਜਾਤਾ। ਸਰਦਾਰ ਜਰਨੈਲ ਸਿੰਘ ਨੂੰ ਤੁਸੀਂ ਕੱਢਤਾ ਸਾਈਡ ਰਾਹੀਂ? ਹਾਂ, ਸਾਈਡ ਰਾਹੀਂ। ਸਾਡੇ ਘਰ ਲਾਗਾ ਲੱਗਦਾ ਸੀ ਨਾਲ, ਤੇ ਕੰਧ ਟੱਪ ਕੇ ਜਣੀ ਸ਼ੱਕ ਹੋ ਗਿਆ ਵੀ ਮਾੜੀ ਮਨਸ਼ਾ ਨਾਲ ਆਏ ਆ, ਇਹ ਨੁਕਸਾਨ ਕਰਨਗੇ ਸਾਨੂੰ, ਇੱਥੋਂ ਤੇ ਕਰੀਬ ਨਾਲ ਲਿਜਾ ਕੇ ਸ਼ਹੀਦ ਕਰਨਾ ਆ। ਹਾਂ, ਇੱਥੋਂ ਤੱਕ ਆਏ ਸੀ, ਇਸ ਗੱਲ ਨੂੰ ਆਏ ਸੀ, ਮਾੜੀ ਮਨਸ਼ਾ ਦੇ ਨਾਲ। ਮਾੜੀ ਮਨਸ਼ਾ। ਜਦੋਂ ਸ਼ਹੀਦ ਹੋ ਜਾਂਦੇ ਆ ਸਰਦਾਰ ਜਰਨੈਲ ਸਿੰਘ ਜੀ ਤੁਹਾਡੇ ਪਤੀ, ਤੇ ਬਾਅਦ ਦੇ ਵਿੱਚ ਉਹਨਾਂ ਦਾ ਭੋਗ ਹੁੰਦਾ ਹੈ, ਫਿਰ ਵਿਘਨ ਤਾਂ ਨਹੀਂ ਪੈਂਦਾ ਉਦੋਂ ਬਾਅਦ ਦੇ ਵਿੱਚ ਵੀ ਪਰਿਵਾਰ ਨੂੰ ਤਾਂ ਨਹੀਂ ਤੰਗ ਪਰੇਸ਼ਾਨ ਕੀਤਾ ਜਾਂਦਾ? ਆਉਂਦੇ ਸੀ ਮੁੰਡੇ, ਆਉਂਦੇ ਸੀ ਤੇ ਪੁਲਿਸ ਵਾਲੇ ਵਿੱਚੋਂ ਗੇੜਾ ਕੱਢ ਜਾਂਦੇ। ਫਿਰ ਮੇਰੇ ਜੇਠ ਜਾਂਦਾ ਹੁੰਦਾ ਸੀ ਵੀ ਮੁੰਡਿਆਂ ਨਾਲ ਮਾੜਾ ਮੋਟੋ ਦਾ ਸੀ ਤਲਕ, ਚਲ ਉਹ ਤੇ ਫਿਰ ਉਹਨੂੰ ਪੁਲਿਸ ਨੇ ਫੜ ਲੈਣਾ। ਜੇਠ ਨੂੰ ਪੈਣ ਲੱਗ ਪਏ ਵੀ ਤੂੰ ਇਹਦਾ ਭਰਾ ਆ। ਫਿਰ ਅਖੀਰ ਦੀ ਬਾਕੀ ਜੋ ਮੇਰੇ ਜੇਠ ਨੂੰ ਪਏ ਪੁਲਿਸ ਵਾਲੇ, ਤੇ ਜਠਾਣੀ ਮੇਰੀ ਵੀ ਖਿਸਕ ਗਈ, ਜੇਠ ਵੀ ਖਿਸਕ ਗਿਆ। ਉਹਨਾਂ ਮੈਨੂੰ ਫੜ ਲਿਆ। ਅੱਛਾ, ਆਂਦੇ ਵੀ ਫੜ ਲਓ ਇਹਨੂੰ, ਕੱਦੂਆਂ ਨੂੰ ਖਿਲਾਰ ਦਿਓ ਜੇ ਨਹੀਂ ਸੱਚ ਦੱਸਦੀ ਤੇ। ਅੱਛਾ, ਗੁੜੀਆ ਮੇਰੀ ਛੋਟੀ ਜੀ ਗੋਦੀ। ਹਾਂ, ਤੇ ਸਾਨੂੰ ਮਾਵਾਂ ਧੀਆਂ ਨੂੰ ਲਾ ਲਿਆ ਅੱਗੇ, ਤੇ ਅਸੀਂ ਟੈਂਕਰ 'ਚ ਮੈਨੂੰ ਉਹਦੇ ਚੁੱਕ ਕੇ ਸਿੱਟੋ ਇਹਨ ਵਿੱਚ। ਮੈਂ ਕਿਹਾ ਮੈਨੂੰ ਹੱਥ ਨਾ ਲਾਇਓ ਜੀ, ਮੈਂ ਆਪੇ ਬਹਿ ਜੂੰਗੀ। ਅੱਛਾ, ਮੈਂ ਸੂਰਮਾ ਕੋਈ, ਮੈਂ ਇਹੋ ਜੀ ਗਦਾਰ ਨਹੀਂ ਹੈਗੀ ਜਿਵੇਂ ਤੁਸੀਂ ਗਦਾਰੀਆਂ ਕਰਦੇ ਆ। ਆਖੇ ਬੋਲਦੀ ਅੱਗੋਂ ਦੇ ਮਾਰੋ। ਅੱਛਾ, ਮੈਂ ਖਾਣ ਨੂੰ ਤਿਆਰ ਨਾ। ਅੱਛਾ, ਤੁਹਾਡੇ ਤੇ ਤਸ਼ੱਦਦ ਹੋਇਆ? ਫਿਰ ਮਾਰਿਆ ਨਹੀਂ, ਪਰ ਮੈਨੂੰ ਤੇ ਜਾਨੀ ਆਂਦੇ ਵੀ ਇਹਦੇ ਮਾਰੋ, ਦਬਕੇ ਮਾਰਨ ਮੈਨੂੰ। ਤੇ ਮੈਂ ਚੁੱਪ ਕਰਕੇ ਬਹਿ ਗਈ। ਇੱਕ ਬੁੜੀ ਹੋਰ ਫੜ ਕੇ ਲਿਆਏ ਸੀ, ਇੱਕ ਮੈਨੂੰ ਬਹਾ ਲਿਆ। ਪਰ ਮੈਂ ਬੋਲੀ ਗਈ, ਮੈਂ ਕਿਹਾ ਵੀ ਮੈਨੂੰ ਦੱਸੋ ਮੈਨੂੰ ਕਿਹੜੀ ਗੱਲ 'ਚ ਫੜਿਆ ਆ, ਨਹੀਂ ਤਾਂ ਮੈਂ ਰੌਲਾ ਪਾਉਂਗੀ, ਦੱਸੂਗੀ ਸਾਰਿਆਂ ਨੂੰ। ਤੇ ਮੁੜ ਕੇ ਅੱਡੇ ਤੇ ਲਿਜਾ ਕੇ ਮੈਨੂੰ ਆਂਦੇ ਧੱਕਾ ਮਾਰ ਕੇ ਇਹਨੂੰ ਸੁੱਟੋ, ਲਾਓ ਮਗਰੋਂ ਇਹਨੇ ਬੋਲਣੋਂ ਨਹੀਂ ਹਟਣਾਗਾ, ਆਪਾਂ ਨੂੰ ਕਿਤੇ ਫਸਾਊਗੀ। ਤੇ ਅੱਡੇ ਤੇ ਲਿਜਾ ਕੇ ਫਿਰ ਮੈਨੂੰ ਉਤਾਰਤਾ ਉਹਨਾਂ ਨੇ ਵੀ ਜਾ ਚੱਲ ਜਾ। ਬਿਲਕੁਲ ਮਾਂ ਜੀ, ਜਦੋਂ ਸਰਦਾਰ ਜਰਨੈਲ ਸਿੰਘ ਦੀ ਉਹਨਾਂ ਦੀ ਸ਼ਹੀਦੀ ਹੁੰਦੀ ਹੈ, ਉਦੋਂ ਬੱਚੇ ਕਿੱਡੀ ਕੁ ਏਜ ਦੇ ਸੀ, ਕਿੰਨੀ ਕੁ ਉਮਰ ਸੀ ਉਹਨਾਂ ਦੇ? ਮੇਰੇ ਹਿਸਾਬ ਨਾਲ ਬੱਚੇ ਬਿਲਕੁਲ ਛੋਟੇ ਹੁੰਦੇ ਹੋਣਗੇ। ਇਹ 3.5 ਸਾਲਾਂ ਦਾ ਮੁੰਡਾ ਸੀ ਤੇ ਗੁੜੀਆ 6 ਮਹੀਨਿਆਂ ਦੀ। 6 ਮਹੀਨਿਆਂ ਦੇ ਬੱਚੇ ਤਾਂ ਬਿਲਕੁਲ ਛੋਟੇ ਸਨ। ਬਿਲਕੁਲ ਛੋਟੇ ਸੀ। ਬਾਅਦ ਦੇ ਵਿੱਚ ਤਾਂ ਫਿਰ ਜ਼ਿੰਦਗੀ ਜਿਹੜੀ ਹੈ ਉਹ ਪਤੀ ਪਰਮੇਸ਼ਰ ਤੋਂ ਬਿਨਾਂ ਫਿਰ ਉਹ ਨਰਕ ਬਣ ਜਾਂਦੀ ਹੈ। ਨਰਕ ਛੱਡ ਕੇ ਕਿਸੇ ਨੇ ਸਾਡੀ ਸਾਰੀ ਨਹੀਂ ਲਈ, ਸਾਨੂੰ ਪੁੱਛਿਆ ਹੀ ਨਹੀਂ ਵੀ ਤੁਸੀਂ ਹੈਗੇ ਆ ਕਿ ਤੁਸੀਂ ਖਤਮ ਹੋ ਗਏ ਆ। ਇਹ ਤਾਂ ਸਰਕਾਰਾਂ ਵੀ ਕਹਿੰਦੀਆਂ, ਅਕਾਲ ਤਖਤ ਸਾਹਿਬ ਦੇ ਜਥੇਦਾਰ ਵੀ ਕਹਿੰਦੇ ਆ ਵੀ ਸ਼ਹੀਦ ਪਰਿਵਾਰਾਂ ਦੀ ਅਸੀਂ ਬਾਂਹ ਫੜਾਂਗੇ, ਬਣਦਾ ਮਾਣ ਸਨਮਾਨ ਜਿਹੜਾ ਉਹਨਾਂ ਨੂੰ ਦਿਆਂਗੇ, ਕਿ ਸਾਰੀਆਂ ਕਹਿਣ ਦੀਆਂ ਗੱਲਾਂ। ਕਿਸੇ ਨੇ ਕੋਈ ਪੁੱਛਿਆ ਤੇ ਕਰਨੀ, ਸਾਡੇ ਘਰੇ ਤੇ ਕਰਨੀ ਕੋਈ ਆਇਆ, ਸਾਨੂੰ ਕਿਸੇ ਨੇ ਨਹੀਂ ਪੁੱਛਿਆ।
ਇਹ ਕਹਿਣ ਦੀਆਂ ਗੱਲਾਂ। ਤੁਹਾਡਾ ਕਿਸੇ ਨੇ ਸਹਿਯੋਗ ਦਿੱਤਾ ਹੋਵੇ, ਤੁਹਾਨੂੰ ਕੋਈ ਮਾਲੀ ਮਦਦ ਆਈ ਹੋਵੇ, ਕੋਈ ਪੈਸੇ ਆਏ ਹੋਣ ਥੋੜੇ ਮੋਟੇ? ਸਾਨੂੰ ਨਾ ਕੋਈ ਪੈਸਾ, ਨਾ ਕੋਈ ਸਾਨੂੰ ਮਾਲੀ ਮਦਦ, ਨਾ ਸਾਨੂੰ ਦੁੱਖ ਦੇ ਸੁੱਖ ਦੇ ਵੀ ਨਹੀਂ ਸਾਨੂੰ ਕਿਸੇ ਨੇ ਇਉਂ ਵੀ ਨਹੀਂ ਆਖਿਆ ਤੁਸੀਂ ਕਿਵੇਂ ਜ਼ਿੰਦਗੀ ਕੱਢਦੇ ਆ। ਮੈਨੂੰ ਹੀ ਪਤਾ ਜਿਵੇਂ ਮੈਂ ਆਪਦੀ ਜ਼ਿੰਦਗੀ ਜਿਹੜੀ 4 ਸਾਲ ਉੱਥੇ ਰਹੀ। ਇਹ ਪੈਸੇ ਫਿਰ ਜਾਂਦੇ ਕਿੱਥੇ ਆ? ਬਾਹਰ ਦੇਸ਼ਾਂ ਵਿਦੇਸ਼ਾਂ ਦੀਆਂ ਸੰਗਤਾਂ ਕਹਿੰਦੀਆਂ ਵੀ ਅਸੀਂ ਸ਼ਹੀਦ ਪਰਿਵਾਰਾਂ ਦੀ ਮਦਦ ਕਰਦੇ ਹਾਂ, ਅਸੀਂ ਜਥੇਬੰਦੀਆਂ ਦੇ ਆਗੂਆਂ ਨੂੰ ਸੇਵਾ ਪਹੁੰਚਾਉਣੇ ਵੀ ਸ਼ਹੀਦ ਪਰਿਵਾਰਾਂ ਦੇ ਤੱਕ ਪਹੁੰਚਾਉਣ ਦਾ ਯਤਨ ਕਰੋ, ਤੇ ਉਹ ਸ਼ਹੀਦ ਪਰਿਵਾਰਾਂ ਤੱਕ ਪਹੁੰਚਦਾ ਨਹੀਂ। ਅੱਗੇ ਵੀ ਪਰਿਵਾਰਾਂ ਦਾ ਬਹੁਤ ਗਿਲਾ ਹੈ, ਤੇ ਤੁਸੀਂ ਵੀ ਕਹਿ ਰਹੇ ਜੀ ਵੀ ਅੱਜ ਤੱਕ ਸਾਡੇ ਕੋਲ ਕੋਈ ਨਹੀਂ ਆਇਆ, ਸਾਡਾ ਕਿਸੇ ਨੇ ਪੈਸਾ ਤਾਂ ਕੀ ਦੇਣਾ, ਸਾਡਾ ਕੋਈ ਹਾਲ ਜਾਣਾ ਨਹੀਂ ਆਇਆ। ਸਾਨੂੰ ਪੁੱਛਿਆ ਤੇ ਕਰਮਨੀ ਵੀ ਤੁਸੀਂ ਹੈਗੇ ਆ ਜਾਂ ਕਿਵੇਂ, ਬੱਚੇ ਤੂੰ ਕਿਵੇਂ ਪਾਲਣੇ ਆ। ਇਹਨਾਂ ਨੇ ਕਿਸੇ ਨੇ ਨਹੀਂ ਪੁੱਛਿਆ, ਨਾ ਕਿਸੇ ਜਥੇਦਾਰ ਨੇ ਪੁੱਛਿਆ, ਨਾ ਕਿਸੇ ਪਾਰਟੀ ਨੇ ਪੁੱਛਿਆ, ਨਾ ਕਿਸੇ ਨੇ ਪ੍ਰਸ਼ਾਸਨ ਨੇ, ਕਿਸੇ ਨੇ ਵੀ ਨਹੀਂ ਸਾਡੀ ਸਾਰ ਲਈ ਨਹੀਂ ਵੀ ਜਾਂ ਹੈਗੇ ਆ ਤੁਸੀਂ ਜਾਂ ਹੈ ਨਹੀਂ। ਫਿਰ ਤੁਹਾਡੇ ਪਰਿਵਾਰ ਦਾ ਗੁਜ਼ਾਰਾ ਜਦੋਂ ਸਰਦਾਰ ਜਰਨੈਲ ਸਿੰਘ ਜੀ ਇਸ ਦੁਨੀਆ ਤੋਂ ਰੁਖਸਤ ਹੋ ਜਾਂਦੇ ਆ, ਧਰਮ ਦੇ ਲੇਖੇ ਲੱਗ ਜਾਂਦੇ, ਸ਼ਹੀਦ ਹੋ ਜਾਂਦੇ ਆ, ਉਦੋਂ ਬਾਅਦ ਦੇ ਵਿੱਚ ਤੁਹਾਡਾ ਫਿਰ ਰੁਜ਼ਗਾਰ ਕਿਵੇਂ ਚੱਲਦਾ? ਜ਼ਮੀਨ ਜਾਇਦਾਦ ਕਿੰਨੀ ਸੀ? ਸਾਡੇ ਕੋਲੇ 4-4 ਕਿੱਲੇ ਪੈਲੀ ਸੀ। ਅੱਛਾ, 2 ਭਰਾ ਸੀ ਤੇ 8 ਕਿੱਲੇ ਪੈਲੀ ਸੀ। ਅੱਛਾ ਜੀ। ਤੇ ਵੱਡਾ ਫਿਰ ਵੱਖਰਾ ਹੋ ਗਿਆ। ਤੁਹਾਡੇ ਕੋਲ 4 ਕਿੱਲੇ ਰਹਿ ਗਏ? 4 ਕਿੱਲੇ ਉਹ ਸਾਡੇ ਸਹੁਰੇ ਕੋਲੇ ਸਨ। ਮੈਨੂੰ ਨਹੀਂ ਕੋਈ ਕੁਛ ਵੀ ਦਿੰਦਾ। ਅੱਛਾ, ਵੀ ਤੈਨੂੰ ਨਹੀਂ ਰਹਿਣਾ, ਰਹਿ, ਗੋਹਾ ਸਿੱਟੀ ਜਾ ਤੇ ਰੋਟੀ ਖਾਈ ਜਾ। ਅੱਛਾ, ਹੋਰ ਸਾਡੇ ਕੋਲ ਕੁਛ ਨਹੀਂ ਹੈਗਾ ਤੇਰੇ, ਨਾ ਬੱਚੇ ਪੜਾਉਣ ਨੂੰ, ਨਾ ਤੇਰੇ ਖਰਚਣ ਨੂੰ ਕੋਈ ਪੈਸਾ ਤੇ। ਫੇਰ ਤੁਸੀਂ ਬੱਚੇ ਕਿੱਥੇ ਲੈ ਕੇ ਆਏ, ਆਪ ਕਿੱਥੇ, ਪਰਿਵਾਰ ਦਾ ਸਾਰਾ ਸਿਸਟਮ? ਮੈਂ ਆਖਿਆ ਵੀ ਜੇ ਮੈਂ ਪੇਕੇ ਘਰ ਚਲੇਗੀ ਇਹ ਮਗਰੋਂ ਸਾਰਾ ਕੁਝ ਮੁੱਦਾ ਮਾਰ ਦੇਣਗੇ। ਮੈਂ ਆਪਦੇ ਉੱਥੇ ਸਹੁਰੇ ਘਰ ਰਹੀ, ਮੁੰਡਾ ਮੈਂ ਇੱਥੇ ਛੱਡਤਾ ਉਹਦੇ ਨਾਨਕੀ। ਅੱਛਾ, ਉਹਦੇ ਨਾਨਕੀ ਮੁੰਡਾ ਆ ਗਿਆ, ਤੁਹਾਡੇ ਪੇਕੀ ਆ ਗਿਆ? ਹਾਂ, ਪੇਕੀ ਆ ਗਿਆ ਮੁੰਡਾ। ਅਸੀਂ ਮਾਵਾਂ ਧੀਆਂ ਉੱਥੇ ਰਹੀਆਂ। ਉੱਥੇ ਮੈਂ ਕੁੜੀ ਨੂੰ ਪੜਾਇਆ ਵੀ ਪ੍ਰਾਇਮਰੀ ਸਕੂਲ ਚ ਲਾਤੀ। ਚੌਥੀ ਜਮਾਤ ਚ ਜਦ 5ਵੀਂ ਚ ਹੋਈ, ਫਿਰ ਇਹਨਾਂ ਨੇ ਜਾਣੀ ਮੈਨੂੰ ਬਹੁਤ ਮੇਰੇ ਨਾਲ ਬਦਸਲੂਕੀਆਂ ਕੀਤੀਆਂ, ਸਹੁਰੇ ਪਰਿਵਾਰ ਨੇ। ਜਦੋਂ ਸਿਰ ਦਾ ਸਾਈਂ ਤੁਰ ਜਾ ਫਿਰ ਮਾਂ ਇਸ ਤਰ੍ਹਾਂ ਹੀ ਹੁੰਦਾ। ਹਾਂ, ਤੇ ਫਿਰ ਮੈਂ ਆਖਿਆ ਵੀ ਮੈਂ ਆਪਦੇ ਪਿਓ ਨੂੰ ਆਖਿਆ, ਮੈਂ ਕਿਹਾ ਪਾਪਾ ਵੀ ਮੇਰੇ ਚੰਗੀ ਕਰੋ। ਹੁਣ ਮੈਂ ਅੱਗੇ ਸਫਾਈ ਕਰਕੇ ਆਪਦਾ ਟਾਈਮ ਪਾਸ ਕਰਦੀ, ਹੁਣ ਮੇਰੇ ਤੋਂ ਉਹ ਵੀ ਨਹੀਂ ਹੁੰਦਾ। ਮੈਂ ਆਪਦੇ ਕੱਪੜੇ ਸਿਉਂਦੀ ਰਹੀ, ਮਸ਼ੀਨ ਜਾਣਦੀ, ਕੱਪੜੇ ਸਿਉਣੇ, ਹੱਥ ਨੂੰ 2 ਸੂਟ ਸਿਉਂ ਲੈਣੇ, ਕਿਤੇ 3 ਸਿਉਂ ਲੈਣੇ। ਆਪਦਾ ਇੱਕੇ ਵਾਰੀ ਮਹੀਨੇ ਦਾ ਖਰਚਾ ਲੈ ਆਉਣਾ। ਆਪਦਾ ਮਹੀਨਾ ਮਾਵਾਂ ਧੀਆਂ ਨੇ ਅਸੀਂ ਗਰਮੀ ਦੇ ਮਹੀਨੇ ਅਸੀਂ ਬਿਨਾਂ ਪੱਖੇ ਤੋਂ, ਜੇਠ ਹਾੜ ਦੇ ਦਿਨਾਂ 'ਚ ਅਸੀਂ ਅੰਦਰ ਪੈਂਦੀਆਂ ਰਹੀਆਂ ਮਾਵਾਂ ਧੀਆਂ। ਇਹੋ ਜਿਹਾ ਸਾਡੇ 'ਤੇ ਸਮਾਂ ਸੀ। ਅਜੇ ਵੀ ਜਦੋਂ ਮੈਨੂੰ ਚੇਤਾ ਆ ਜਾਂਦਾ ਨਾ, ਮੇਰੇ ਲੋਹੀ ਕੰਡੇ ਖੜੇ ਹੋ ਜਾਂਦੇ ਆ ਵੀ ਉਹ ਦਿਨ ਬਹੁਤ ਔਖੇ ਸੀ। ਤੁਹਾਡੀਆਂ ਅੱਖਾਂ ਦੇ ਅਥਰੂ ਦੱਸਦੇ? ਬਹੁਤ ਕਸ਼ਟ ਨਾਲ ਮੈਂ ਆਪਦੇ ਬਿਲੇ ਲੱਗੀ। ਫਿਰ ਮੈਂ ਆਪਦੇ ਪਾਪੇ ਨੂੰ ਆਖਿਆ, ਮੈਂ ਮੈਨੂੰ ਇੱਥੋਂ ਲੈ ਜਾ ਤੇ ਮੈਂ ਆਪਦਾ ਤੇਰੇ ਘਰੇ ਆਣ ਕੇ ਮੈਂ ਕੰਮ ਕਰੀ ਜਾਊਂਗੀ, ਰੋਟੀ ਖਾਈ ਜਾਊਂ, ਬੱਚੇ ਪਲ ਪੈਣਗੇ। ਫਿਰ ਮੈਂ ਇੱਥੇ ਆਣ ਕੇ ਆਪਦੇ ਬੱਚੇ ਪੜ੍ਹਾਏ। ਫਿਰ ਇਹਨਾਂ ਨੇ ਜਦੋਂ ਵੀ ਮੈਂ ਉਹਦੀ ਕੁੜੀ ਨੂੰ 12 ਕਰਾ ਲਈਆਂ, 12 ਕਰਾ ਕੇ ਤੇ ਉਹਨੂੰ GNM ਦਾ ਕੋਰਸ ਕਰਾਤਾ। ਫਿਰ ਸਾਡਾ ਸਹੁਰਾ ਪੂਰਾ ਇੱਥੇ ਪੇਕੇ ਆ ਕੇ ਤੁਸੀਂ ਸਾਰੀ ਮਿਹਨਤ ਕਰਵਾਈ? ਹਾਂਜੀ, ਫਿਰ ਸਹੁਰਾ ਪੂਰਾ ਹੋ ਗਿਆ। ਫਿਰ ਮੈਂ ਕਿਹਾ ਵੀ ਜੋ ਮੇਰਾ ਪੈਲੀ ਦਾ ਹੱਕ ਬਣਦਾ, ਮੈਂ ਆਪਦੇ ਹੱਕ ਲਈ ਲੜੂੰਗੀ ਤੇ ਮੈਂ ਆਪਦੀ ਪੈਲੀ ਮੈਨੂੰ ਦਿਓ। ਫਿਰ ਸਾਡੀ ਸੱਸ ਨੇ ਪੈਲੀ ਤੇ ਕੇਸ ਕਰਤਾ। ਅੱਛਾ, ਵੀ ਮੈਨੂੰ ਮੇਰਾ ਬੰਦਾ ਕੁਛ ਨਹੀਂ ਦੇ ਕੇ ਗਿਆ ਤੇ ਵੀ ਮੈਂ ਤਾਂ ਹਿੱਸਾ ਲੈਣਾ ਵਿੱਚੋਂ। 2 ਲੱਖ ਰੁਪਈਆ ਮੈਂ ਲਾਇਆ ਚੁੱਕ ਕੇ। ਫਿਰ ਮੈਂ ਆਪਦਾ ਜਿਵੇਂ ਉਹਨੇ ਰਸੀਦ ਕਰਾਈ ਉਵੇਂ ਰਹਿ ਗਈ। ਫਿਰ ਆਪਦਾ ਮੈਂ ਪੈਲੀ ਤੋਂ ਹੀ ਖਰਚਾ ਚੁੱਕ ਕੇ ਉਹਨਾਂ ਤੇ ਹੀ ਲਾਤਾ, ਬੱਚਿਆਂ ਤੇ ਨਾ ਕੇਸ ਤੇ ਲਾਇਆ। ਕੇਸ ਤੇ ਪੈਲੀ ਦਾ ਹੀ ਖਰਚਾ ਉਹਨਾਂ ਤੇ ਲਾਤਾ? ਉਹਨਾਂ ਦੀ ਪੈਲੀ ਦਾ ਖਰਚਾ ਉਹਨਾਂ ਤੇ ਹੀ ਲਾਤਾ। ਫਿਰ ਪੱਲੇ ਤਾਂ ਕੁਝ ਨਹੀਂ ਪਿਆ? ਪੱਲੇ ਕੀ ਪੈਣਾ, ਧੱਕੇ ਪੈ ਗਏ ਪੱਲੇ। ਫਿਰ ਜਦੋਂ ਫਿਰ ਅਸੀਂ ਪੈਲੀ ਤੇ ਆਪਦੀ ਤੇ ਕਬਜ਼ਾ ਕਰ ਲਿਆ, ਹੁਣ ਮੈਂ ਆਪਦੀ ਹਿੱਸੇ ਮਾਮਲੇ ਦਿੰਦੀ ਹਾਂ। ਹੁਣ ਆਪਦਾ ਮੈਂ ਕਰਦੀ ਹਾਂ। ਪਹਿਲਾਂ ਹਾਂ, ਹੁਣ ਟਾਈਮ ਪਾਸ ਹੋਈ ਜਾਂਦਾ। ਹੁਣ ਟਾਈਮ ਪਾਸ ਹੁੰਦਾ। ਮੈਂ ਦਰਸ਼ਕੋ ਤੁਹਾਨੂੰ ਦੱਸ ਦੇਵਾਂ ਵੀ ਇੱਥੇ ਪੁਰਾਤਨ ਅਖਬਾਰਾਂ ਨੇ। ਸਭ ਤੋਂ ਪਹਿਲਾਂ ਮੈਂ ਮਾਂ ਜੀ ਤੁਹਾਡੇ ਪਤੀ ਸਰਦਾਰ ਸ਼ਹੀਦ ਸਰਦਾਰ ਜਰਨੈਲ ਸਿੰਘ ਦੀ ਇਹ ਫੋਟੋ ਹੈ। ਇਹ ਦੇਖ ਲਓ, ਸਿੱਖੀ ਸਰੂਪ ਦੇ ਵਿੱਚ ਭਰ ਜਵਾਨੀ ਦੇ ਅੰਦਰ ਕਿੱਡੇ ਸੋਹਣੇ ਸੁਨੱਖੇ ਗੱਭਰੂ। ਇਹੋ ਜਿਹਾ ਗੱਭਰੂਆਂ ਦਾ ਸਰਕਾਰਾਂ ਵੱਲੋਂ ਮੁਕਾਬਲਾ ਬਣਾ ਕੇ ਸ਼ਹੀਦ ਕਰ ਦੇਣਾ, ਕਿਤੇ ਨਾ ਕਿਤੇ ਜਵਾਨੀ ਦਾ ਖਾਤਮਾ ਕੀਤਾ ਹੈ ਉਸ ਵਕਤ ਦੀ ਸਰਕਾਰ ਨੇ। ਤੇ ਉਹਨਾਂ ਦੀ
ਸ਼ਹੀਦੀ ਤੋਂ ਬਾਅਦ ਦੇ ਵਿੱਚ ਪਹਿਲੀ ਬਰਸੀ ਹੁੰਦੀ ਹੈ ਜਦੋਂ, ਤੇ ਪਹਿਲੀ ਬਰਸੀ ਦੇ ਅੰਦਰ ਦੇਖੋ ਤੁਸੀਂ ਗੁਰੂ ਪੰਥ ਦੇ ਦਾਸ ਵੀ ਆਉਂਦਾ ਹੈ ਤੇ ਭਾਈ ਜਰਨੈਲ ਸਿੰਘ ਜੀ ਪਹਿਲੇ ਨੰਬਰ ਤੇ ਉਹਨਾਂ ਦੀ ਫੋਟੋ ਹੈ ਤੇ ਅਗਲੇ ਪਾਸੇ ਭਾਈ ਕੁਲਦੀਪ ਸਿੰਘ ਜੀ ਘਾਲੀ ਹੈ। ਇਹਨਾਂ ਦੀ ਸਾਂਝੀ ਬਰਸੀ ਮਨਾਈ ਗਈ ਸੀ। ਵੈਸੇ ਉਹਨਾਂ ਛਪਾਤ ਦੀ ਦੋਵਾਂ ਦੀ ਬਰਛੀ ਦੇ ਇਕੱਲੇ ਦੀ, ਤੇ ਇਹ ਮੁੰਡਾ ਥੋੜੇ ਦਿਨ ਅੱਗੋਂ ਸ਼ਹੀਦ ਹੋਇਆ ਸੀ। ਅੱਛਾ, ਇਹਨਾਂ ਦੀ ਯਾਦ 'ਚ ਹੀ ਕਹਿ ਲਓ ਵੀ ਇਹ ਬਰਸੀ ਕੀਤੀ। ਹਾਂ, ਇਹ ਦਰਸ਼ਕੋ ਲਿਖਿਆ ਮੌਜੂਦਾ ਸਿੱਖ ਸੰਘਰਸ਼ ਦੌਰਾਨ ਭਾਈ ਜਰਨੈਲ ਸਿੰਘ ਬੋਤੀਆਂ ਵਾਲਾ ਪਿਛਲੇ ਸਾਲ ਸ਼ਹੀਦ ਹੋਏ ਗਏ ਸਨ। ਉਹਨਾਂ ਦੀ ਪਹਿਲੀ ਬਰਸੀ ਦੇ ਸਬੰਧ ਵਿੱਚ ਰੱਖੇ ਗਏ ਸ੍ਰੀ ਅਖੰਡ ਪਾਠ ਸਾਹਿਬ ਦਾ ਭੋਗ ਉਹਨਾਂ ਦੇ ਜੱਦੀ ਪਿੰਡ ਬੋਤੀਆਂ ਵਾਲਾ ਤਹਿਸੀਲ ਜੀਰਾ ਵਿਖੇ ਮਿਤੀ 15/7/1990 ਦਿਨ ਐਤਵਾਰ ਨੂੰ ਪਵੇਗਾ। ਸਮੂਹ ਸਾਧ ਸੰਗਤ ਨੂੰ ਹੁਮ ਹੁਮਾ ਕੇ ਪਹੁੰਚਣ ਦੀ ਬੇਨਤੀ ਕੀਤੀ ਜਾਂਦੀ ਹੈ। 1990 ਦੀ ਅਖਬਾਰ ਦੇ ਅੰਦਰ ਇਹ ਬੇਨਤੀ ਕੀਤੀ ਗਈ। ਬੇਨਤੀ ਕਿਹਨਾਂ ਵੱਲੋਂ ਕੀਤੀ ਗਈ ਤੇ ਕਿਹਨਾਂ ਵੱਲੋਂ ਇਹ ਕਿਹਾ ਗਿਆ ਵੀ ਤੁਸੀਂ ਇਸ ਬਰਸੀ ਦੇ ਵਿੱਚ ਪਹੁੰਚਣਾ ਹੈ? ਗੁਰੂ ਪੰਥ ਦੇ ਦਾਸ ਲਿਖਿਆ ਭਾਈ ਤਖਤ ਸਿੰਘ ਜੀ ਤਖਤਾ ਜੀਰਾ, ਭਾਈ ਕਾਰਜ ਸਿੰਘ ਜੀ ਪੀਰ ਮੁਹੰਮਦ। ਭਾਈ ਕਾਰਜ ਸਿੰਘ ਪੀਰ ਮੁਹੰਮਦ ਦੀ ਤੁਸੀਂ ਇੰਟਰਵਿਊ ਉਹਨਾਂ ਦੇ ਮਾਤਾ ਸਵਰਨ ਕੌਰ ਦੀ ਕੁੱਖੋਂ ਤੁਸੀਂ ਉਹਨਾਂ ਦੀ ਹੱਡਬੀਤੀ, ਉਹਨਾਂ ਦੀ ਸ਼ਹਾਦਤ ਬਾਰੇ ਸਾਰਾ ਕੁਝ ਸੁਣਿਆ ਵੀ ਕਿਸ ਪ੍ਰਕਾਰ ਉਹਨਾਂ ਦੀ ਸ਼ਹੀਦੀ ਹੁੰਦੀ ਹੈ, ਕਿਸ ਪ੍ਰਕਾਰ ਉਹਨਾਂ ਦੀਆਂ ਫੁੱਲਾਂ ਦੀ ਥਾਂ ਤੋਂ ਜਿਹੜੇ ਰਾਖ ਹੁੰਦੀ ਹੈ, ਫੁੱਲ ਹੁੰਦੇ ਆ, ਫੁੱਲ ਚੁਗਣ ਦੀ ਥਾਂ ਤੇ ਉਹਨਾਂ ਨੇ ਟੋਪੀ ਵਾਲੇ ਕਿੱਲ ਚੁਗੇ ਸਨ ਰਾਖ ਦੇ ਵਿੱਚੋਂ। ਉਹ ਮਾਤਾ ਜੀ ਦੀ ਜ਼ੁਬਾਨੀ ਇੰਟਰਵਿਊ ਸਾਡੇ ਚੈਨਲ ਤੇ ਪਈ ਹੋਈ ਹੈ। ਭਾਈ ਕਾਰਜ ਸਿੰਘ ਜੀ ਪੀਰ ਮੁਹੰਮਦ, ਭਾਈ ਨਿਹਾਲ ਸਿੰਘ ਜੀ ਪੂਨੀਆਂ, ਭਾਈ ਸਰਬਜੀਤ ਸਿੰਘ ਜੀ ਬਹਿਲਾ, ਬਾਬਾ ਗੁਰਚਰਨ ਸਿੰਘ ਜੀ ਮਾਨੋਚਾਲ। ਇਹਨਾਂ ਦਾ ਨਾਮ ਦੇਖੋ ਦੁਨੀਆ ਦੇ ਵਿੱਚ ਸ਼ਹੀਦਾਂ ਦੇ ਵਿੱਚ ਉੱਭਰ ਕੇ ਆਉਂਦਾ ਹੈ। ਭਾਈ ਮਲਕੀਤ ਸਿੰਘ ਜੀ ਮਰਖਾਈ, ਭਾਈ ਵਰਿਆਮ ਸਿੰਘ ਜੀ ਬੂੜੇ ਨੰਗਲ, ਭਾਈ ਬਿਕਰਮਜੀਤ ਸਿੰਘ ਜੀ ਜਗਤਪੁਰ ਤੇ ਜਾਰੀ ਕਰਤਾ ਭਾਈ ਯਾਦਵਿੰਦਰ ਸਿੰਘ ਜੀ ਯਾਦੂ ਫਤਿਹਗੜ੍ਹ ਪੰਜਤੂਰ। ਇਹਨਾਂ ਵੱਲੋਂ ਅਪੀਲ ਕੀਤੀ ਗਈ ਸੀ ਸਾਰੀਆਂ ਸੰਗਤਾਂ ਨੂੰ ਉੱਥੇ ਪਹੁੰਚਣ ਦੀ। ਤੇ ਇੱਕ ਮੈਂ ਤੁਹਾਨੂੰ ਹੋਰ ਦੱਸ ਦੇਵਾਂ ਵੀ ਇਹਨਾਂ ਦਾ ਨਾਮ ਉਸ ਵਕਤ ਦੀਆਂ ਅਖਬਾਰਾਂ ਦੇ ਵਿੱਚ ਕਿਸ ਤਰੀਕੇ ਦੇ ਨਾਲ ਆਉਂਦਾ ਹੈ। 1999 ਸਿੱਖ ਨਕਲੀ ਮੁਕਾਬਲੇ ਵਿੱਚ ਸ਼ਹੀਦ, ਵੀ ਕਿਸ ਤਰੀਕੇ ਦੇ ਨਾਲ ਨਕਲੀ ਮੁਕਾਬਲੇ ਬਣਾ ਕੇ ਉਹਨਾਂ ਨੂੰ ਸ਼ਹੀਦ ਕੀਤਾ ਗਿਆ ਸਿੱਖਾਂ ਨੂੰ। 12 ਅਗਸਤ 1999 ਦਿਨ ਪੰਜਾਬ ਪੁਲਿਸ ਨੇ ਨਰਿੰਦਰ ਸਿੰਘ ਪੁੱਤਰ ਲਖਵਿੰਦਰ ਸਿੰਘ ਵਾਸੀ ਬਟਾਲਾ ਤੇ ਹੁਸ਼ਿਆਰ ਸਿੰਘ ਪੁੱਤਰ ਹਰਪਾਲ ਸਿੰਘ ਵਾਸੀ ਲਿਹਾੜਕਾ ਨੇੜੇ ਚਵਿੰਡਾ ਦੇਵੀ ਨੂੰ ਨਕਲੀ ਮੁਕਾਬਲਿਆਂ ਵਿੱਚ ਸ਼ਹੀਦ ਕਰ ਦਿੱਤਾ। ਤੇ ਇਸੇ ਦਿਨ ਪੰਜਾਬ ਪੁਲਿਸ ਨੇ ਜਰਨੈਲ ਸਿੰਘ ਸੁਰਿੰਦਰ ਸਿੰਘ ਸ਼ਿੰਦਾ ਵਾਸੀ ਵੱਡਾ ਘਰ ਬੋਤੀਆਂ ਵਾਲਾ ਫਿਰੋਜ਼ਪੁਰ ਅਤੇ ਗੁਰਮੁਖ ਸਿੰਘ ਬੰਬ ਤੇ ਸਰੂਪ ਸਿੰਘ ਦੋਵੇਂ ਵਾਸੀ ਬੋਪਾ ਰਾਏ ਨੂੰ ਵੀ ਨਕਲੀ ਪੁਲਿਸ ਮੁਕਾਬਲਿਆਂ ਦੇ ਵਿੱਚ ਸ਼ਹੀਦ ਕੀਤਾ। ਇਹ ਉਸ ਵਕਤ ਦੀਆਂ ਅਖਬਾਰਾਂ, ਪੁਰਾਣੀਆਂ ਅਖਬਾਰਾਂ ਨੇ ਇਹ ਦਰਸਾਉਂਦੀਆਂ ਵੀ ਕਿਸ ਤਰੀਕੇ ਦੇ ਨਾਲ ਨਕਲੀ ਤੇ ਫਰਜ਼ੀ ਮੁਕਾਬਲੇ ਬਣਾ ਕੇ ਇਹਨਾਂ ਨੌਜਵਾਨਾਂ ਨੂੰ ਸ਼ਹੀਦ ਕੀਤਾ ਗਿਆ। ਅਖੀਰ ਤੇ ਮੈਂ ਬੇਨਤੀ ਕਰਾਂਗਾ ਮਾਂ ਜੀ, ਹੁਣ ਤੁਸੀਂ ਅਕਾਲ ਤਖਤ ਸਾਹਿਬ ਤੋਂ ਕੋਈ ਮੰਗ ਕਰਦੇ ਹੋ? ਸਰਕਾਰਾਂ ਤਾਂ ਕੋਈ ਖੈਰ ਪਾ ਨਹੀਂ ਸਕਦੀਆਂ। ਅਕਾਲ ਤਖਤ ਸਾਹਿਬ ਦੇ ਜਥੇਦਾਰ ਨੇ ਕਿਹਾ ਵੀ ਸ਼ਹੀਦਾਂ ਦੇ ਪਰਿਵਾਰਾਂ ਨੂੰ ਅਸੀਂ ਬਣਦਾ ਮਾਣ ਸਨਮਾਨ ਦਿਆਂਗੇ। ਅਪੀਲ ਕਰੋਗੇ ਕੋਈ SGPC ਨੂੰ ਜਾਂ ਅਕਾਲ ਤਖਤ ਸਾਹਿਬ ਦੇ ਜਥੇਦਾਰ ਨੂੰ ਵੀ ਸਾਡੀ ਗਰੀਬਾਂ ਦੀ ਕੋਈ ਬਾਂਹ ਫੜੋ? ਅੱਜ ਤੱਕ ਕਿਸੇ ਨੇ ਬਾਂਹ ਨਹੀਂ ਫੜੀ। ਸਾਡੇ ਪਤੀ ਧਰਮ ਦੇ ਲੇਖੇ ਵਿੱਚ ਲੱਗੇ ਹੈ, ਉਹਨਾਂ ਨੇ ਸ਼ਹਾਦਤਾਂ ਦਾ ਜਾਮ ਪੀਤਾ ਹੈ, ਅੱਜ ਸਾਡੀ ਬਾਂਹ ਫੜਨ ਨੂੰ ਕੋਈ ਤਿਆਰ ਹੀ ਨਹੀਂ ਹੈ। ਸਾਡੀ ਬਾਂਹ ਫੜੋ। ਤੁਸੀਂ ਅਪੀਲ ਕਰੋਗੇ ਅਕਾਲ ਤਖਤ ਸਾਹਿਬ ਦੇ ਜਥੇਦਾਰ? ਅਪੀਲ ਕੀ ਕਰੀਏ ਨਾ, ਸੁਣਨੀ ਨਹੀਂ ਸਾਡੀ ਪੁਕਾਰ, ਸੁਣਦਾ ਹੀ ਕੋਈ ਨਹੀਂ। ਉਹ ਸਿੱਧੇ ਅੱਖਾਂ ਨਾਲ ਤਾਂ ਝਾਕਦੇ ਹੀ ਨਹੀਂ, ਸਾਡੇ ਨਾਲ ਕੋਈ ਸੰਪਰਕ ਕਰਦਾ ਹੀ ਨਹੀਂ। ਸਾਡੇ ਤੋਂ ਦੂਰ ਦੂਰ ਹੀ ਆ, ਪਾਸੇ ਪਾਸੇ ਰਹਿੰਦੇ ਆ। ਸਾਡੇ ਨਾਲ ਕਿਸੇ ਨੇ ਸਾਨੂੰ ਪੁੱਛਿਆ ਤੇ ਕਰਨੀ ਤੇ ਕਿੱਥੋਂ ਸਾਡੀ ਬਾਂਹ ਫੜਨੀ ਆ। ਕਦੀ ਵੀ ਐਸਾ ਨਹੀਂ ਹੋਇਆ ਵੀ ਤੁਹਾਨੂੰ ਸ਼ਹੀਦ ਪਰਿਵਾਰਾਂ ਨੂੰ ਬਥੇਰੀਆਂ ਥਾਵਾਂ ਤੇ ਬੀਬੀ ਸੰਦੀਪ ਕੌਰ ਜੀ ਹੋਰ ਬਥੇਰੀਆਂ ਜਥੇਬੰਦੀਆਂ ਨੇ ਜਿਹੜੀਆਂ ਸਨਮਾਨਿਤ ਕਰਦੀਆਂ ਸ਼ਹੀਦ ਪਰਿਵਾਰਾਂ ਨੂੰ? ਅਕਾਲ ਤਖਤ ਸਾਹਿਬ ਦੇ ਜਥੇਦਾਰ ਜੀ ਵੀ ਉਹਨਾਂ ਵੀ ਕਈ ਵਾਰ ਉੱਥੇ ਸ਼ਹੀਦ ਪਰਿਵਾਰਾਂ ਨੂੰ ਬੁਲਾਇਆ ਅਕਾਲ ਤਖਤ ਸਾਹਿਬ ਤੇ। ਤੁਹਾਨੂੰ ਬੁਲਾਇਆ ਕਿ ਨਹੀਂ? ਨਾ, ਬਿਲਕੁਲ ਨਹੀਂ। ਸਾਨੂੰ ਕਿਸੇ ਨੇ ਵੀ ਨਹੀਂ ਬੁਲਾਇਆ ਨਾ, ਬਿਲਕੁਲ ਨਹੀਂ। ਇੱਕ ਤੋਂ ਪਹਿਲਾਂ ਮੈਂ ਜਾ ਵੜਦੀ ਹੁੰਦੀ ਸੀ, ਕਿਉਂ ਉੱਥੇ ਹੁੰਦੀ ਸੀ ਪਿੰਡ, ਤੇ ਮੈਂ ਜਦੋਂ ਕੋਈ ਸ਼ਹੀਦੀ ਸਮਾਗਮ ਹੋਣਾ ਤੇ ਮੈਂ ਜਾਣਾ। ਜਦੋਂ ਕਿਸੇ ਨੇ ਨਾਂ ਹੀ ਨਾ ਲੈਣਾ ਤੇ ਫਿਰ ਮੈਂ ਕਿਹਾ ਵੀ ਛੱਡੋ ਖੜਾ, ਵੀ ਇਹ ਲੋਕਾਂ ਨੇ ਢਿੱਡ ਅੱਗੇ ਰੱਖਿਆ ਆ। ਹਾਂ, ਬਿਲਕੁਲ। ਵੀ ਆਪਾਂ ਨੂੰ ਕਿਸੇ ਨੇ ਨਹੀਂ ਪੁੱਛਣਾਗਾ। ਨਹੀਂ, ਹੁਣ ਤੁਸੀਂ ਕਹਿੰਦੇ ਹੋ ਵੀ ਸਾਨੂੰ ਹੁਣ ਆਸ ਹੀ ਨਹੀਂ ਹੈ ਅਕਾਲ ਤਖਤ ਸਾਹਿਬ ਦੇ ਜਥੇ ਵੱਲੋਂ ਵੀ ਸਾਡੀ ਝੋਲੀ 'ਚ ਕੋਈ ਖੈਰ ਪੈਗੀ? ਨਾ, ਕੋਈ ਆਸ ਨਹੀਂ। ਆਸ ਫਿਰ ਕਿਹਦੇ ਤੇ ਆ? ਪਰਮਾਤਮਾ ਤੇ ਆ ਬਸ। ਪਰਮਾਤਮਾ ਤੇ? ਪਰਮਾਤਮਾ ਤੇ ਆ। ਪਰਮਾਤਮਾ ਕਿਸੇ ਬੰਦੇ ਦੇ ਵਿੱਚ ਦੀ ਹੋ ਕੇ ਵਸੂਗਾ, ਤੁਹਾਡੀ ਬਾਂਹ ਫੜੇ, ਬਾਂਹ ਫੜੂਗਾ, ਉਹ ਫੜੂਗਾ। ਬੰਦਿਆਂ ਨਹੀਂ ਫੜਨੀ, ਬੰਦਿਆਂ ਨੇ ਤਾਂ ਸਭ ਕਹਿਣ ਦੀਆਂ ਹੀ ਕਰਨੀਆਂ। ਆਪਣੇ ਰਿਸ਼ਤੇਦਾਰ ਜਵਾਈ ਜੀ, ਪ੍ਰਾਹੁਣਾ ਜੀ, ਸਰਦਾਰ ਜਰਨੈਲ ਸਿੰਘ, ਉਹਨਾਂ ਦੀ ਬੜੀ ਵੱਡੀ ਕੁਰਬਾਨੀ। ਉਹਨਾਂ ਦੀ ਕੁਰਬਾਨੀ ਦਾ ਮੁੱਲ ਨਹੀਂ ਕੋਈ ਦਿੰਦਾ ਜੀ।
ਅੱਜ ਕੱਲ੍ਹ ਕੁਰਬਾਨੀਆਂ ਦੇ ਮੁੱਲ ਨਹੀਂ, ਅੱਜ ਕੱਲ੍ਹ ਲੁਟੇਰਿਆਂ ਦੇ ਮੁੱਲ ਆ, ਲੁਟੇਰਿਆਂ ਦੇ ਮੁੱਲ, ਕੋਈ ਨਹੀਂ ਕੁਰਬਾਨੀਆਂ ਦੇ ਮੁੱਲ। ਭਗਤਾਂ ਜਿਹੜੀ ਗੌਰਮੈਂਟ ਇਹਦਾ ਲੈ ਕੇ ਬਹਿ ਗਈ ਆਪਣੀ ਪਬਲਿਕ ਨੂੰ, ਗਰੀਬ ਜਨਤਾ ਨੂੰ ਮਾਰ ਕੇ ਸੁੱਟਤਾ। ਉਦੋਂ ਵੀ ਜਵਾਨੀ ਖਤਮ ਕਰਦੀ ਤੇ ਹੁਣ ਹੋਰ ਤਰੀਕੇ ਨਾਲ ਖਤਮ ਕੀਤੀ ਜਾ ਰਹੀ। ਉਹ ਨਸ਼ਿਆਂ ਦਾ ਵੀ ਇਹ ਸਭ ਪਾਲਸੀ ਇਹਨਾਂ ਲੀਡਰਾਂ ਦੀ, ਇਹਨਾਂ ਦੀਆਂ ਕਰਨ ਵਾਲਿਆਂ ਸਭ ਮਾਰਨ ਦੀ ਪਾਲਸੀ ਹੈ। ਸਰਦਾਰ ਜਰਨੈਲ ਸਿੰਘ ਦੀ ਅੱਜ ਅਸੀਂ ਜਿਹੜੀਆਂ ਯਾਦਾਂ ਹੀ ਤਾਜ਼ਾ ਕੀਤੀਆਂ। ਸ਼ਾਬਾਸ਼ ਸ਼ਾਬਾਸ਼ ਸ਼ਾਬਾਸ਼, ਭਲਾ ਵੇ ਤੇਰਾ ਮਹਾਰਾਜ, ਤੇਰੀ ਵੱਡੀ ਉਮਰ ਕਰੇ ਦਾਤਾ, ਭਲਾ ਵੇ ਤੇਰਾ, ਭਲਾ ਵੇ ਤੇਰਾ ਭਗਤਾ। ਤੂੰ ਚਲੋ ਯਾਦ ਕੀਤਾ ਉਹਨੂੰ, ਚਲੋ ਸਾਨੂੰ ਵੀ ਕਿਤੇ ਸਾਡੇ ਵੀ ਦਰਸ਼ਨ ਹੋ ਗਏ ਤੇਰੇ। ਉਹਨੇ ਯਾਦ ਕੀਤਾ ਤਾਂ ਹੀ ਸਾਡੇ ਪਾਪੀਆਂ ਦੇ ਦਰਸ਼ਨ ਹੋਏ। ਸ਼ਾਬਾਸ਼ ਤੇਰੇ ਭਗਤਾ, ਸ਼ਾਬਾਸ਼, ਮਹਾਰਾਜ ਤੈਨੂੰ ਤੰਦਰੁਸਤੀਆਂ ਦੇਵੇ, ਤੁਹਾਡੀਆਂ ਸੀਸਾਂ ਜੀ ਤੰਦਰੁਸਤੀਆਂ ਦੇਵੇ, ਮਹਾਰਾਜ ਤੈਨੂੰ ਚੜ੍ਹਦੀ ਕਲਾ 'ਚ ਰੱਖੇਗਾ। ਤਾਂ ਸਾਡਾ ਚੈਨਲ ਹਮੇਸ਼ਾ ਸ਼ਹੀਦ ਪਰਿਵਾਰਾਂ ਦੇ ਨਾਲ ਖੜਾ ਤੇ ਉਹਨਾਂ ਦੀਆਂ ਦਾਸਤਾਨਾਂ ਸ਼ਾਬਾਸ਼ 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 ਭਗਤਾ। ਚਾਹੀਦੀ ਹੈ ਜਿਹੜੀ ਇਹ ਸ਼ਹੀਦ ਪਰਿਵਾਰਾਂ ਦੀ ਨਾ ਚਾਹੀਦੀ। ਸ਼ਾਬਾਸ਼, ਇਹ ਬਹੁਤ ਕੁਰਬਾਨੀ ਹੈ। ਸਾਡੇ ਕੌਮ ਦੇ ਸ਼ਹੀਦ ਨੇ, ਧਰਮ ਦੀ ਖਾਤਰ ਉਹ ਜ਼ਿੰਦੜੀਆਂ ਵਾਰ ਗਏ। ਹਾਂ, ਤੇ ਅੱਜ ਅਸੀਂ ਉਹਨਾਂ ਨੂੰ ਯਾਦ ਵੀ ਨਹੀਂ ਕਰੀਏ, ਭੁੱਲੇ ਬੈਠੇ ਅੱਜ ਅਸੀਂ ਲੋਕ। ਬਿਲਕੁਲ, ਹੁਣ ਤਾਂ ਲੁਟੇਰਿਆਂ ਦਾ ਰਾਜ ਹੈ, ਉਹਨਾਂ ਦੀ ਉਹਨਾਂ ਦਾ ਕੋਈ ਮੁੱਲ ਨਹੀਂ ਗਾ। ਅੱਜ ਆਪਾਂ ਆਂਦੇ ਸਾਰੇ ਆਂਦੇ ਇਹਨਾਂ ਕੋਲ ਕੋਈ ਸੰਤ ਭਿੰਡਰਾਲਾ ਵੀ ਆ ਸੀ। ਜੇ ਸੰਤ ਭਿੰਡਰਾਲਾ ਦਾ ਕਿਤੇ ਰਾਜ ਹੁੰਦਾ ਤੇ ਆ ਨਸ਼ਟ ਹੁੰਦਾ ਹੀ ਨਹੀਂ ਸੀਗਾ। ਹਾਂ, ਆ ਨਸ਼ਟ ਨਹੀਂ ਹੁੰਦਾ। ਬਿਲਕੁਲ, ਇਹ ਸਿਰਫ ਲੁਟੇਰਿਆਂ ਦਾ ਰਾਜ ਕਰਕੇ ਹੀ ਹੋ ਰਿਹਾ। ਇਹ ਜਿਹੜੇ ਅੱਜ ਲੁਟੇਰੇ ਖੜੇ ਹੋਏ ਨਾ, ਇਹ ਖੜੇ ਹੀ ਨਹੀਂ ਹੋਣੇ ਸੀ, ਇਹ ਪੈਦਾ ਹੀ ਨਹੀਂ ਹੋਣੇ। ਨਾ ਜੇ ਉਹਨੇ ਵੇਖੋ ਕੋਈ ਹਿੰਦੂ ਆ ਜਾਂ ਕੋਈ ਸਿੱਖ ਉਹਦੇ ਕੋਲ ਚਲਿਆ ਗਿਆ ਹੈਗਾ, ਉਹਨੇ ਕਿਸੇ ਨੂੰ ਹੈਗਾ ਮਾੜਾ ਬਜ਼ਨ ਬੋਲਿਆ ਹੈਗਾ। ਗਾਂ ਜਿਹੜੇ ਹੇਠਲੇ ਸੀਗੇ ਉਹ ਤੈਨੂੰ ਪਤਾ ਹੀ ਆ ਜੋ ਕੁਝ ਕਰਦੇ ਰਹੇ। ਬਿਲਕੁਲ, ਸੰਤ ਦੀ ਰੀਸ ਨਹੀਂ ਕਰ ਸਕਦਾ ਕੋਈ ਭਗਤਾ, ਭਾਵੇਂ ਤੂੰ ਕਿਸੇ ਪਾਰਟੀ ਦਾ ਮੈਂ ਬੰਦਾ, ਮੈਨੂੰ ਇਹ ਨਹੀਂ ਪਤਾ ਵੀ ਤੂੰ ਕਿਹੜਾ। ਨਹੀਂ, ਮੈਂ ਇੱਕ ਰਿਪੋਰਟਰ ਹਾਂ, ਮੈਂ ਇੱਕ ਐਂਕਰ ਹਾਂ ਟੀਵੀ ਦਾ। ਸ਼ਾਬਾਸ਼ ਸ਼ਾਬਾਸ਼ ਤੇਰੇ ਭਗਤਾ, ਮੈਂ ਤੈਨੂੰ ਗੱਲ ਕਰਦਾ ਹਾਂ। ਬਥੇਰੇ ਐਸੇ NRI ਵੀਰ ਨੇ ਜਿਹੜੇ ਸ਼ਹੀਦ ਪਰਿਵਾਰਾਂ ਦੀ ਬਾਂਹ ਫੜਦੇ ਆ, ਪਰ ਮੈਂ ਦਰਸ਼ਕੋ ਬੇਨਤੀ ਕਰਾਂਗਾ ਵੀ ਐਵੇਂ ਦੀਆਂ ਮਾਵਾਂ ਦੀ ਅੱਜ ਸਾਨੂੰ ਸਾਰ ਲੈਣ ਦੀ ਲੋੜ ਹੈ। ਪਹਿਲਾਂ ਵੀ ਮੈਂ ਬੇਨਤੀ ਕੀਤੀ ਸੀ ਇੰਟਰਵਿਊ ਦੇ ਵਿੱਚ ਵੀ ਸ਼ਹੀਦ ਪਰਿਵਾਰ, ਇੱਕ ਤਾਂ ਉਹਨਾਂ ਨੇ ਤਸ਼ੱਦਦ ਝੱਲੇ, ਇੱਕ ਆਪਣੇ ਧੀਆਂ ਪੁੱਤ ਤੇ ਪਤੀ ਧਰਮ ਦੇ ਲੇਖੇ ਵਿੱਚ ਲਾਏ, ਤੇ ਨੰਬਰ 2 ਤੇ ਫਿਰ ਵੀ ਰੋਟੀ ਤੋਂ ਮਥਾਜ ਨੇ। ਇਸ ਤਰੀਕੇ ਦੇ ਨਾਲ ਹੱਥ ਅੱਡਣਾ ਬੜਾ ਔਖਾ ਹੈ। ਸਾਡਾ ਫਰਜ਼ ਨਹੀਂ ਬਣਦਾ ਕੌਮ ਦਾ, ਸਾਡੀਆਂ ਸਿਰਮੌਰ ਜਥੇਬੰਦੀਆਂ ਦਾ ਫਰਜ਼ ਨਹੀਂ ਬਣਦਾ ਸ਼ਹੀਦ ਪਰਿਵਾਰਾਂ ਦੀ ਸਾਰ ਲਈ ਜਾਵੇ, ਸ਼ਹੀਦ ਪਰਿਵਾਰਾਂ ਨੂੰ ਸਾਂਭਿਆ ਜਾਏ ਜਿਹੜੇ ਧਰਮ ਤੋਂ ਕੁਰਬਾਨ ਹੋ ਗਏ, ਤੇ ਉਹ ਜਥੇਬੰਦੀਆਂ ਅੱਜ ਉਹਨਾਂ ਸ਼ਹੀਦ ਪਰਿਵਾਰਾਂ ਤੋਂ ਕੁਰਬਾਨ ਹੋਣ, ਉਹਨਾਂ ਦੀ ਬਾਂਹ ਫੜਨ। ਕਿ ਐਸਾ ਹੀ ਸਾਡੇ ਸਮਾਜ ਦੇ ਵਿੱਚ ਚੱਲਿਆ ਜਾਏਗਾ ਵੀ ਸ਼ਹੀਦਾਂ ਦੇ ਨਾਮ 'ਤੇ ਧਨ ਇਕੱਠਾ ਕੀਤੀ ਜਾਓ ਤੇ ਉਹਨਾਂ ਸ਼ਹੀਦ ਪਰਿਵਾਰਾਂ ਤੱਕ ਪਹੁੰਚੇ ਹੀ ਨਾ। ਸ਼ਹੀਦ ਪਰਿਵਾਰਾਂ ਦੇ ਬੱਚੇ ਅੱਜ ਰੋਟੀ ਤੋਂ ਮੁਹਤਾਜ ਨੇ, ਅੱਜ ਉਹ ਰੇਹੜੀਆਂ ਲਾਉਣ ਲਈ ਮਜਬੂਰ ਨੇ, ਅੱਜ ਉਹਨਾਂ ਦੀਆਂ ਰਸੋਈਆਂ ਵਿੱਚ ਆਟੇ ਵਾਲੀਆਂ ਮੱਟੀਆਂ ਖਾਲੀ ਨੇ, ਅੱਜ ਉਹ ਜਿਨ੍ਹਾਂ ਢੋਲਾਂ ਦੇ ਵਿੱਚ ਪਹਿਲਾਂ ਢੋਲ ਦਾਣਿਆਂ ਦੇ ਭਰੇ ਹੁੰਦੇ ਸਨ, ਅੱਜ ਉਹ ਢੋਲ ਖਾਲੀ ਦਿਖਾਈ ਦਿੰਦੇ ਆ। ਜੰਗਾਲ ਲੱਗ ਚੁੱਕਾ ਹੈ, ਵਿੱਚ ਕੌਲੀ ਵੀ ਆਟਾ ਨਹੀਂ ਦਿਸਦਾ। ਸੱਜਰੀ ਦਿਹਾੜੀ ਕਰਦੇ ਆ ਤੇ ਦਿਹਾੜੀ ਕਰਕੇ ਸੱਜਰੀ ਖਾਂਦੇ ਆ ਤੇ ਆਪਣੇ ਬੱਚਿਆਂ ਨੂੰ ਖਵਾਉਂਦੇ। ਅੱਜ ਸਾਨੂੰ ਜਾਗਣ ਦੀ ਲੋੜ ਹੈ, ਆਪਣੇ ਫਰਜ਼ਾਂ ਨੂੰ ਸਮਝੀਏ ਤੇ ਸ਼ਹੀਦ ਪਰਿਵਾਰਾਂ ਦੀ ਸਾਰ ਲਈਏ। ਅੱਜ ਇਹਨਾਂ ਸ਼ਹੀਦ ਪਰਿਵਾਰਾਂ ਦੇ ਨਾਲ ਅਸੀਂ ਡਟ ਕੇ ਖੜੀਏ। ਸਾਡਾ ਚੈਨਲ ਹਮੇਸ਼ਾ ਸ਼ਹੀਦ ਪਰਿਵਾਰਾਂ ਦੇ ਨਾਲ ਖੜਾ ਹੈ ਤੇ ਹੱਕ ਸੱਚ ਦੀ ਆਵਾਜ਼ ਨੂੰ ਅਗਾਂਹ ਲੈ ਕੇ ਤੁਰਿਆ। ਵੀ ਦਰਸ਼ਕੋ, ਤੁਹਾਡੀ ਅੱਜ ਲੋੜ ਹੈ, ਆਓ ਇਹਨਾਂ ਸ਼ਹੀਦ ਪਰਿਵਾਰਾਂ ਦੀ ਬਾਂਹ ਫੜੋ ਤਾਂ ਕਿ ਸਾਡੇ ਇਹ ਕੌਮ ਦੇ ਸ਼ਹੀਦ ਨੇ, ਕੌਮੀ ਜਰਨੈਲ ਏ, ਤੇ ਜੇ ਅਸੀਂ ਇਹਨਾਂ ਦੀ ਬਾਂਹ ਫੜਾਂਗੇ ਤੇ ਸਾਡੀ ਕੌਮ ਦਾ, ਸਾਡੇ ਸ਼ਹੀਦ ਪਰਿਵਾਰਾਂ ਦਾ ਸਿਰ ਉੱਚਾ ਹੋਵੇਗਾ। ਜਿੱਥੇ ਇਹਨਾਂ ਦਾ ਸਿਰ ਉੱਚਾ ਹੋਣ ਤੇ ਮਾਣ ਨਾਲ ਅਸੀਂ ਆਪਣੀ ਜ਼ਿੰਦਗੀ ਨੂੰ ਜੀਵਾਂਗੇ ਤੇ ਸਾਡਾ ਵੀ ਰੁਤਬਾ ਗੁਰੂ ਦੀਆਂ ਨਜ਼ਰਾਂ ਅੰਦਰ, ਗੁਰੂ ਦੇ ਚਰਨਾਂ ਵਿੱਚ ਕਿਤੇ ਨਾ ਕਿਤੇ ਵੱਡਾ ਹੋਵੇਗਾ, ਸਮਾਜ ਦੇ ਵਿੱਚ ਵੱਡਾ ਹੋਵੇਗਾ। ਇਸ ਵਾਸਤੇ ਅਸੀਂ ਇਹਨਾਂ ਪਰਿਵਾਰਾਂ ਦੇ ਨਾਲ ਖੜੇ ਹਾਂ ਤੇ ਖੜੇ ਰਵਾਂਗੇ। ਹਮੇਸ਼ਾ ਹੱਕ ਸੱਚ ਦੀ ਆਵਾਜ਼ ਨੂੰ ਇਸੇ ਪ੍ਰਕਾਰ ਹੀ ਬੁਲੰਦ ਕਰਦੇ ਰਵਾਂਗੇ। ਕਿਸੇ ਨਵੇਂ ਪਰਿਵਾਰ ਦੇ ਨਾਲ, ਕਿਸੇ ਨਵੇਂ ਮੁੱਦੇ ਤੇ ਦੁਬਾਰਾ ਤੋਂ ਫਿਰ ਤੁਹਾਡੀ ਸੇਵਾ ਵਿੱਚ ਹਾਜ਼ਰ ਹੋਵਾਂਗਾ। ਤਦ ਤੱਕ ਲਈ ਦਿਓ ਇਜਾਜ਼ਤ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।